ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਨਦਰ ਕਰਨਾ ਮਹਾਰਾਜ, ਕਿਰਪਾ ਕਰੋ ਮਹਾਰਾਜ, ਨਦਰ ਕਰ ਦਿਓ। ਦੀਨ ਕੇ ਦਾਤੇ ਮੇਰਾ ਗੁਣਾ ਗੁਣ ਨਾ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸ਼ਬਦ ਦੀ ਹਜ਼ੂਰੀ ਬਖਸ਼ਣਾ ਮਹਾਰਾਜ ਸਾਹਿਬ ਜੀ। ਅੱਜ ਦੀ ਪੌੜੀ 25ਵੀਂ ਪੌੜੀ ਦੇ ਦਰਸ਼ਨ ਨੇ। ਜੇ ਕੋਈ ਦੋ ਵਾਰ ਤਾਂ ਪੜ੍ਹੀ ਰਹੇ ਤਾਂ ਫਿਰ ਸ਼ਬਦ ਦੀ ਵਿਚਾਰ ਸ਼ੁਰੂ ਕਰੀਏ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। केते मंगै जोध अपार, केतिया गणत नहीं विचार। केते खप टूटै बेकार, केते लैले मुकर पाहै। केते मूरख खाही खाहै, केतिया दुख भूख सदमार। ऐ भय दात तेरी दातार, बंद खलासी पाणै होए। होर आखना सकै कोय, जेको खाएक आखन पाए। हो जाने जेतिया मुँह खाए, आपे जाने आपे दे। आखे से भय केई के, जिसनू बख्शे सिफ्त सालाह। नानक पातशाही पातशाह। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਭਾਵਨਾਵਾਂ ਚੱਲਦੀਆਂ ਹਨ। ਅਸੀਂ ਬਾਦਫਾ ਜੀਵਨ ਵਿੱਚ ਇਹ ਕਹਿੰਦੇ ਹਾਂ ਕਿ ਨੈਗੇਟਿਵ ਔਰ ਪੋਜ਼ੀਟਿਵ ਇਹ ਦੋ ਕਨੈਕਸ਼ਨਸ ਚੱਲਦੇ ਨੇ ਜੀਵਨ ਵਿੱਚ। ਨੈਗੇਟਿਵ ਨੂੰ ਅਸੀਂ ਮਾੜਾ ਗਿਣਦੇ ਹਾਂ ਔਰ ਪੋਜ਼ੀਟਿਵ ਵੱਲ ਅਸੀਂ ਝੁਕਾਵ ਰੱਖਦੇ ਹਾਂ। ਦਰਅਸਲ ਜਦੋਂ ਅਸੀਂ ਪੋਜ਼ੀਟਿਵ ਵੱਲ ਜਾਣਾ ਚਾਹੁੰਦੇ ਹਾਂ ਤਾਂ ਨੈਗੇਟਿਵ ਕ੍ਰੀਏਟ ਹੋ ਜਾਂਦਾ ਹੈ। ਇਹਦਾ ਕਾਰਨ ਕੀ ਹੈ? ਜੀਵਨ ਵਿੱਚ ਸਾਰੇ ਨੂੰ ਗਹਿਣ ਕਰਨਾ ਪਏਗਾ, ਪੂਰੇ ਦੇ ਦਰਸ਼ਨ ਕਰਨੇ ਪੈਣਗੇ ਸੁਰਤ ਇਕਾਗਰਤਾ ਵਿੱਚ। ਮਹਾਰਾਜ ਜਦੋਂ ਸਾਡੀ ਸੁਰਤ ਕਦੇ ਇਕਾਗਰ ਹੋ ਜਾਏ, ਅਗਰ ਕਦੇ ਮਹਾਰਾਜ ਕਿਰਪਾ ਕਰ ਦੇਣ ਸਾਡੇ 'ਤੇ, ਅਸੀਂ ਇੰਨੀ ਕਮਾਈ ਕਰ ਪਾਈਏ, ਸ਼ਬਦ ਨੂੰ ਅਸੀਂ ਆਪਣੇ ਲਿਵ ਨਾਲ ਜੋੜ ਕੇ ਸ਼ਬਦ ਦੀ ਕਮਾਈ ਨੂੰ ਮਨ ਵਿੱਚ ਜਾਣ ਪਾਈਏ, ਤਾਂ ਫਿਰ ਸਾਰਾ ਹੀ ਸਾਨੂੰ ਸਮਝਣਾ ਪਏਗਾ। ਇੱਕ ਪੱਖ ਨੂੰ ਨਿਗੇਟ ਕਰਕੇ ਜੀਵਨ 'ਚੋਂ ਨਹੀਂ ਜੀ ਸਕਦੇ ਅਸੀਂ। ਇਹਦਾ ਕਾਰਨ ਇਸ ਪੌੜੀ ਵਿੱਚ ਸਾਹਿਬ ਸਾਨੂੰ ਦੱਸ ਰਹੇ ਹਨ ਕਿ ਉਹਦੀਆਂ ਦਾਤਾਂ ਦੋਨੋਂ ਨੇ, ਉਹ ਪੋਜ਼ੀਟਿਵ ਨੈਗੇਟਿਵ ਦੋਨੋਂ ਹੀ ਦਾਤਾਂ ਉਹਦੀਆਂ ਨੇ। ਸਭ ਸ਼ਕਤੀ ਉਹਦੀ ਹੈ। ਆਪਣੇ ਕਰਮਾਂ ਅਨੁਸਾਰ ਕੌਣ ਇਨਸਾਨ ਕਿਸ ਤਰ੍ਹਾਂ ਕੋਈ ਭਾਵਨਾ ਨਾਲ ਕਰਮ ਕਰਦਾ ਹੈ, ਉਹਦੇ ਫਲ ਸਰੂਪ ਉਸ ਨੂੰ ਫਲ ਮਿਲ ਜਾਂਦਾ ਹੈ। ਉਹ ਭਾਵੇਂ ਮਾੜਾ ਹੈ ਭਾਵੇਂ ਚੰਗਾ ਹੈ, ਸਾਰੀ ਦਾਤਾਂ ਉਸ ਦੀਆਂ ਨੇ। ਤਾਂ ਫਿਰ ਆਪ ਇਹ ਕਹੋਗੇ ਕਿ ਮੈਂ ਆਪ ਨੂੰ ਪ੍ਰੇਰ ਰਿਹਾ ਕਿ ਤੁਸੀਂ ਨੈਗੇਟਿਵ ਵੀ ਹੋ। ਮੈਂ ਆਪ ਨੂੰ ਪ੍ਰੇਰ ਨਹੀਂ ਰਿਹਾ। ਮੇਰੀ ਇਹ ਸਬਮਿਸ਼ਨ ਹੈ ਕਿ ਆਪ
ਇਹ ਭਾਵਨਾ ਲੈ ਕੇ ਜੀਵਨ ਵਿੱਚ ਅਸੀਂ ਨਾ ਉਤਰੀਏ ਕਿ ਅਸੀਂ ਸਿਰਫ ਪੋਜ਼ਿਟਿਵ ਹੀ ਹੋਣਾ ਹੈ। ਜੀਵਨ ਵਿੱਚ ਕਦੇ ਉਦਾਸੀ ਵੀ ਆਏਗੀ ਤਾਂ ਉਦਾਸੀ 'ਚੋਂ ਵੀ ਅਸੀਂ ਨਿਕਲਣਾ ਹੈ, ਡਰ ਕੇ ਨਹੀਂ ਨਿਕਲਣਾ। ਜਿਸ ਤਰ੍ਹਾਂ ਅਸੀਂ ਖੁਸ਼ੀ ਨੂੰ ਜੀਏ ਹਾਂ ਉਸ ਤਰ੍ਹਾਂ ਅਸੀਂ ਉਦਾਸੀ ਨੂੰ ਵੀ ਜੀਆਂਗੇ। ਦੋਨੋਂ ਇੱਕੋ ਸ਼ਕਤੀ ਦੇ ਦੋ ਪਹਿਲੂ ਨੇ। ਜੇ ਅਸੀਂ ਇਹ ਸਮਝਾਂਗੇ ਕਿ ਉਦਾਸੀ ਗਲਤ ਚੀਜ਼ ਹੈ, ਉਦਾਸ ਮਨ ਨਹੀਂ ਹੋਣਾ ਹੈ, ਤਾਂ ਅਸੀਂ ਉਦਾਸੀ ਨੂੰ ਹੋਰ ਵਧਾਵਾਂਗੇ, ਘਟਾਵਾਂਗੇ ਨਹੀਂ। ਜੇ ਅਸੀਂ ਇਹ ਜਾਣ ਕੇ ਚੱਲਾਂਗੇ ਕਿ ਮੈਂ ਜੀਵਨ ਦੇ ਇੱਕ ਪੱਖ ਨੂੰ ਜਾਣਨਾ ਹੈ, ਦੂਸਰੇ ਨੂੰ ਨਹੀਂ ਜਾਣਾਂਗਾ, ਤਾਂ ਅਸੀਂ ਪੂਰੇ ਨੂੰ ਨਹੀਂ ਜਾਣ ਪਾਵਾਂਗੇ। ਸਾਨੂੰ ਆਪਣੇ ਰੰਗ ਨੂੰ ਨਾ ਪੋਜ਼ਿਟਿਵ ਨਾ ਨੈਗੇਟਿਵ ਨਾਮ ਨਾਲ ਰੰਗਣਾ ਹੈ। ਇਹ ਦੋਨਾਂ ਤੋਂ ਬਿਯੋਂਡ ਦੀ ਗੱਲ ਹੈ। ਸੰਤ ਵੀ ਉਹਨਾਂ ਤੋਂ ਹੀ ਬਣਦੇ ਹੈ ਜਿਨ੍ਹਾਂ ਨੇ ਕਦੇ ਪਾਪ ਕੀਤਾ ਹੁੰਦਾ ਹੈ। ਤਾਂ ਪਾਪ ਔਰ ਪੁੰਨ ਇਹ ਦੋ ਪਹਿਲੂ ਨੇ ਜੀਵਨ ਦੇ। ਅਸੀਂ ਦੋਨਾਂ 'ਚੋਂ ਕਿਸੇ ਨਾਲ ਸੱਕਾ ਪਿਆਰ ਨਹੀਂ ਕਰਨਾ, ਅਸੀਂ ਨਾਮ ਨਾਲ ਸੱਕਾ ਪਿਆਰ ਕਰਨਾ ਹੈ। ਨਾਮ ਤਾਂ ਪ੍ਰੇਮ ਹੈ ਭਾਈ, ਨਾਮ ਤਾਂ ਪ੍ਰੇਮ ਹੈ। ਪ੍ਰੇਮ ਵਿੱਚ ਮੇਰਾ ਰੰਗ ਮਨ ਅਗਰ ਰੰਗਿਆ ਗਿਆ ਤਾਂ ਇਹ ਦੋ ਪਹਿਲੂ ਮੇਰੇ ਆਲੇ ਦੁਆਲੇ ਹੋਣਗੇ ਵੀ ਮੇਰੇ ਤੇ ਅਕਸ ਨਹੀਂ ਪਾ ਪਾਉਣਗੇ। ਜੀਵਨ ਦੀ ਗਹਿਰਾਈ ਨੂੰ ਜਾਣਨਾ, ਜੀ ਲੈਣਾ ਥੋੜ੍ਹਾ ਜਿਹਾ ਅਨੋਖਾ ਜਿਹਾ ਹੋ ਜਾਂਦਾ ਹੈ। ਇਹਦੇ ਦੋਸ਼ ਕਈ ਨੇ। ਕੁਛ ਤਾਂ ਜਿਹੜੇ ਅੰਗਰੇਜ਼ਾਂ ਨੇ ਸਾਡੇ ਉੱਤੇ ਰਾਜ ਕਰ ਲਿਆ, ਉਹਨਾਂ ਦੀ ਕ੍ਰਿਸਚੈਨਿਟੀ ਦੀ ਕੁਛ ਅਕਸ ਸਾਡੇ ਜੀਵਨ ਵਿੱਚ ਆ ਗਿਆ। ਅੰਗਰੇਜ਼ ਇਹ ਗਿਣਦਾ ਹੈ ਕਿ ਸੈਕਸ ਇੱਕ ਸਿਨਫੁਲ ਚੀਜ਼ ਹੈ, ਤਾਂ ਫਿਰ ਸਿਨ ਤੋਂ ਸਾਰੀ ਦੁਨੀਆ ਜੰਮੀ ਹੈ। ਫਿਰ ਮੈਂ ਅਗਰ ਜਨਮਿਆ ਹੀ ਸਿਨ ਤੋਂ ਹਾਂ ਤਾਂ ਫਿਰ ਮੈਂ ਪੁੰਨ ਕਰਕੇ ਕੀ ਕਰ ਵੀ ਲਵਾਂਗਾ। ਇਹ ਜਜਮੈਂਟਸ ਜਿਹੜੀਆਂ ਨੇ ਸਾਡੇ ਮੋਰਲ ਸਟਰਕਚਰ ਦੇ ਵਿੱਚ ਬਹੁਤ ਗਹਿਨ ਰੂਪ ਵਿੱਚ ਪਕੜ ਕਰ ਗਈਆਂ ਹਨ। ਹਰ ਚੀਜ਼ ਦਾ, ਹਰ ਪਹਿਲੂ ਦਾ ਜੀਵਨ ਵਿੱਚ ਆਪਣਾ ਹਿੱਸਾ ਹੈ ਔਰ ਉਸ ਨੂੰ ਜੀਣਾ, ਜਾਣ ਲੈਣਾ ਹੀ ਬਿਹਤਰ ਹੈ। ਅੱਜ ਕ੍ਰਿਸਚੈਨਿਟੀ ਇਹ ਮੰਨਦੀ ਹੈ ਕਿ ਸਿਨ ਜਿਹੜਾ ਹੈ ਉਹ ਸੈਕਸ ਤੋਂ ਆਉਂਦਾ ਹੈ ਔਰ ਸੈਕਸ ਤੋਂ ਛਿਪ ਨਹੀਂ ਪਾ ਰਿਹਾ ਵੈਸਟ। ਸੰਭੋਗ ਵਰਗੀ ਇੱਕ ਇਹੋ ਜਿਹੀ ਸਾਧਾਰਨ ਜਿਹੀ ਐਨਰਜੀ ਹੈ ਪਰ ਪੂਰੇ ਵੈਸਟ ਨੂੰ ਕਾਬੂ ਕੀਤਾ ਹੋਇਆ ਹੈ। ਮਨ ਦੀ ਉਲਝਣ ਸਾਰੀ ਉਹਦੇ ਵਿੱਚ ਹੀ ਲੱਗੀ ਹੋਈ ਹੈ। ਦਰਅਸਲ ਧਰਮ ਦੇ ਕਈ ਠੇਕੇਦਾਰ ਬਣ ਜਾਂਦੇ ਹਨ ਜਿਨ੍ਹਾਂ ਨੂੰ ਸਮਝਣਾ ਸ਼ੁਰੂ ਹੋ ਜਾਂਦਾ ਹੈ ਕਿ ਅਸੀਂ ਧਰਮ ਜ਼ਿਆਦਾ ਜਾਣਦੇ ਹਾਂ ਔਰ ਉਹ ਆਪਣੀ ਥਾਟ ਪ੍ਰੋਸੈਸ ਸਾਰਿਆਂ 'ਤੇ ਇੰਪੋਜ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹ ਕੁਝ ਨੁਕਸਾਨ ਹਨ। ਇਹੋ ਜਿਹੇ ਸਟਰਕਚਰ ਵਿੱਚ ਅਸੀਂ ਵੀ ਘਿਰੇ ਹੋਏ ਹਾਂ। ਜਦੋਂ ਮੈਂ ਵੱਡਾ ਹੋਇਆ, ਅਸੀਂ ਵੀ ਕ੍ਰਿਸਚਨ ਸਕੂਲ 'ਚ ਪੜ੍ਹੇ ਸੀਗੇ। ਉੱਥੇ ਮੋਰਲ ਸਾਇੰਸ ਦਾ ਲੈਕਚਰ ਹੁੰਦਾ ਸੀਗਾ। ਮੋਰਲ ਸਾਇੰਸ, ਮੋਰੈਲਿਟੀ ਇੱਕ ਸੁਪਰਫਿਸ਼ੀਅਲ ਜਿਹਾ ਮਨ ਦੇ ਉੱਪਰ ਦੀ ਤਹਿ 'ਤੇ ਕੁਛ ਮਨ ਦੇ ਜਿਹੜੇ ਵਿਚਾਰ ਨੇ ਉਹਨਾਂ ਤੋਂ ਬਣਦਾ ਹੈ। ਫੋਕਸ ਮੋਰਲ ਸਾਇੰਸ 'ਤੇ ਅਗਰ ਅਸੀਂ ਕਰਾਂਗੇ, ਮੋਰੈਲਿਟੀ 'ਤੇ ਕਰਾਂਗੇ ਤਾਂ ਮੋਰੈਲਿਟੀ ਬਦਲਦੀ ਜਾਏਗੀ। ਮੋਰੈਲਿਟੀ ਦੀ ਡੈਫੀਨੇਸ਼ਨ ਜੋਗ੍ਰਾਫਿਕ ਨਾਲ ਵੀ ਬਦਲ ਜਾਂਦੀ ਹੈ।
ਭਾਸ਼ਾ ਨਾਲ ਵੀ ਬਦਲ ਜਾਂਦੀ ਹੈ, ਧਰਮ ਨਾਲ ਵੀ ਬਦਲ ਜਾਂਦੀ ਹੈ। ਸਾਡੇ ਜੀਵਨ ਦਾ ਫੋਕਸ ਔਰ ਸਾਡੇ ਜੀਵਨ ਦੀ ਐਨਰਜੀ ਸਾਹਿਬ ਨੇ ਸਾਨੂੰ ਆਦੇਸ਼ ਕਰਨਾ ਹੈ, ਕਰਦੇ ਹਨ ਇਸ ਪੌੜੀ ਵਿੱਚ। ਕਿਹਦੇ ਵਿੱਚ, ਕਿੱਥੇ ਸਾਡੀ ਐਨਰਜੀ ਲੱਗਣੀ ਹੈ। ਬੰਦ ਕਲਾਸੀ ਭਾਣੇ ਹੋਏ, ਹੋਰ ਆਖ ਨਾ ਸਕੇ ਕੋਈ। ਮਹਾਰਾਜ ਕਹਿੰਦੇ ਨੇ ਸਾਲਾ ਹੀ ਸਲਾਹ। ਇਹ ਜਿਹੜੀ ਲਾਸਟ ਦੀ ਪੰਕਤੀ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਸਿੱਖ ਦਾ ਘਰ ਜਿਹੜਾ ਹੈ ਨਾਮ ਹੈ। ਸਿੱਖ ਦਾ ਆਨੰਦ ਨਾਮ ਵਿੱਚ ਹੈ। ਸਿੱਖ ਦਾ ਪੂੰਜੀ ਵੈਲਥ ਨਾਮ ਹੈ। ਨਾਮ ਤੇ ਫੋਕਸ ਰੱਖਾਂਗੇ ਤੇ ਇਹ ਜਿਹੜਾ ਚੰਗਾ ਮਾੜਾ ਹੈ, ਇਹ ਆਪਣੇ ਆਪ ਨਾਮ ਦੇ ਕਰਕੇ, ਨਾਮ ਦੇ ਅਭਿਆਸ ਕਰਕੇ ਅਲਾਈਨ ਹੁੰਦਾ ਜਾਏਗਾ। ਔਰ ਅਗਰ ਅਸੀਂ ਸ਼ਾਰਟਕਟ ਲੱਭਣ ਦੀ ਕੋਸ਼ਿਸ਼ ਕਰਾਂਗੇ, ਇਹ ਕਹਾਂਗੇ ਕਿ ਅਸੀਂ ਇੱਕ ਪਹਿਲੂ ਨੂੰ ਪਕੜਨਾ ਹੈ ਤਾਂ ਦੂਜਾ ਜ਼ਿਆਦਾ ਗਹਿਨ ਹੋ ਜਾਏਗਾ। ਇਹ ਬੜਾ ਸਟਰੇਂਜ ਜਿਹਾ ਲੌਜਿਕ ਹੈ, ਪਰ ਸੱਤ ਗੱਲ ਇਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਪੂਰੇ ਵਿੱਚ ਦਸਵੰਧ ਦੀ ਗੱਲ ਕਿਧਰੇ ਨਹੀਂ ਹੈ। ਇਹਦਾ ਮਤਲਬ ਕੁਝ ਸਮਝਣਾ ਚਾਹੀਦਾ ਹੈ। ਇਹਦਾ ਮਤਲਬ ਧਰਮ ਦੇ ਵਿੱਚ ਜਦੋਂ ਦਇਆ ਖਤਮ ਹੋ ਗਈ ਤਾਂ ਦਸਵੰਧ ਸ਼ੁਰੂ ਹੋ ਗਿਆ। ਇਹਦਾ ਮਤਲਬ ਸਿੱਖ ਦੇ ਮਨ ਵਿੱਚ ਹੁਣ ਦਇਆ ਨਹੀਂ ਰਹੀ ਤਾਂ ਉਹਨੂੰ ਡਿਫਾਈਨ ਕਰਨ ਦੀ ਲੋੜ ਪੈ ਗਈ ਕਿ ਇਤਨਾ ਤੁਸੀਂ ਹਿੱਸਾ ਦੇਣਾ ਹੈ। ਉਹਨੂੰ ਗਿਣਤੀ ਵਿੱਚ ਲਿਆਉਣ ਦੀ ਲੋੜ ਪੈ ਗਈ। ਪ੍ਰੇਮ ਵਿੱਚ ਕਾਹਦੀ ਗਿਣਤੀ ਹੈ? ਮੈਂ ਅਗਰ ਨਾਮ ਵਿੱਚ ਰਮਿਆ ਹੋਵਾਂਗਾ ਤਾਂ ਮੈਂ ਕਿਸ ਦਾ ਕੀ ਭਲਾ ਕਰ ਸਕਦਾ ਵਾਂ, ਨਹੀਂ ਕਰ ਸਕਦਾ, ਮੈਨੂੰ ਪਤਾ ਹੀ ਨਹੀਂ ਲੱਗੇਗਾ, ਪਰ ਹੋ ਜਾਏਗਾ। ਚੈਰਿਟੀ ਤਾਂ ਸ਼ੁਰੂ ਹੁੰਦੀ ਹੈ ਜਦੋਂ ਦਿਆਲਤਾ, ਮਨ ਦੇ ਵਿੱਚ ਦਿਆਲ ਉਦਾਰਤਾ ਖਤਮ ਹੋ ਗਈ ਹੁੰਦੀ ਹੈ। ਹੁਣ ਚੈਰਿਟੀ ਦਾ ਮਤਲਬ ਹੈ ਤੁਸੀਂ ਭਿਖਮੰਗੇ ਬਣਾਉਣਾ ਸ਼ੁਰੂ ਕਰ ਦਿੱਤੇ। ਆਪ ਸਮਝ ਰਹੇ ਹੋ? ਜਦੋਂ ਆਪ ਇੱਕ ਪ੍ਰੋਡਕਟ ਕ੍ਰੀਏਟ ਕੀਤਾ ਤੇ ਉਹਦੇ ਟੇਕਰਸ ਵੀ ਆ ਗਏ ਹਨ। ਅਸੀਂ ਚੈਰਿਟੀ ਕਨਸੈਪਟ ਕ੍ਰੀਏਟ ਕੀਤਾ, ਹੁਣ ਭਿਖਮੰਗੇ ਵੀ ਬਣਾਤੇ ਅਸੀਂ। ਜਿਵੇਂ ਪੇੜ ਪਾਣੀ ਨੂੰ ਪੁਕਾਰਦਾ ਹੈ, ਇਵੇਂ ਚੈਰਿਟੀ ਦੇ ਟੇਕਰਸ ਵੀ ਆ ਗਏ ਹਨ। ਇੱਥੇ ਫਰਕ ਪੈ ਗਿਆ। ਗੱਲ ਕੀ ਹੈ ਕਿ ਧਰਮ ਦੇ ਸਟਰਕਚਰ ਵਿੱਚ ਮਨ ਨਾਮ ਦੀ ਕਮਾਈ ਦਾ ਅਭਾਵ ਅਗਰ ਘਟ ਜਾਏਗਾ, ਪ੍ਰਭਾਵ ਨਾਮ ਦਾ ਪ੍ਰਭਾਵ ਅਗਰ ਘਟ ਜਾਏਗਾ ਧਰਮ ਦੇ ਉੱਤੇ, ਫਿਰ ਉੱਥੇ ਰੂਲਸ ਬਣਾਉਣ ਦੀ ਲੋੜ ਪੈ ਜਾਂਦੀ ਹੈ। ਦੇਖੋ ਸਾਹਿਬ ਇਸ ਪੌੜੀ 'ਚ ਸਾਨੂੰ ਇੱਕ ਦਰਸ਼ਨ ਕਰਾ ਰਹੇ ਨੇ, ਬੜੇ ਬੇਅੰਤ ਦਰਸ਼ਨ ਨੇ। ਮਹਾਰਾਜ ਕਹਿੰਦੇ ਨੇ ਉਹਦਾ ਕਰਮ ਦਾ ਕੋਈ ਹਿਸਾਬ ਨਹੀਂ ਹੈ। ਉਹ ਮਾੜੇ ਨੂੰ ਵੀ ਦਿੰਦਾ ਹੈ, ਚੰਗੇ ਨੂੰ ਵੀ ਦਿੰਦਾ ਹੈ, ਸਭ ਨੂੰ ਦਿੰਦਾ ਹੈ। ਉਹ ਕੋਈ ਡਿਫਰੈਂਸ ਨਹੀਂ ਕ੍ਰੀਏਟ ਕਰਦਾ ਕਿ ਇਹ ਮਾੜਾ ਹੈ ਔਰ ਇਹ ਚੰਗਾ ਹੈ। ਉਹਦੇ ਭਾਣੇ ਵਿੱਚ ਹੀ ਆਜ਼ਾਦ ਹੋਏਗਾ ਕੋਈ। ਉਹਦੀ ਕੌਲ ਹੈ। ਜਿਸ ਨੂੰ ਅਸੀਂ ਮਾੜਾ ਕਹਿੰਦੇ ਹਾਂ, ਕੀ ਪਤਾ ਉਸ ਨੂੰ ਸੰਤ ਬਣਾ ਰਿਹਾ ਹੋਏ, ਅਸੀਂ ਕੀ ਜਾਣਦੇ ਹਾਂ। ਇੱਕ ਬੜੀ ਪੁਰਾਣੀ ਕਥਾ ਹੈ, ਸਭ ਲੋਕ ਨੇ ਸੁਣੀ ਹੋਏਗੀ।
ਸਾਧੂ ਇੱਕ ਵੈਸ਼ਵਾ ਦੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਰਹਿੰਦਾ ਹੈ। ਤਾਂ ਵੈਸ਼ਵਾ ਰੋਜ਼ ਨੱਚਦੀ ਹੈ ਅਤੇ ਉਹ ਸਾਧੂ ਵੱਲ ਧਿਆਨ ਕਰਦੀ ਹੈ ਕਿ ਦੇਖੋ ਇਸ ਨੇ ਪ੍ਰਾਪਤ ਕੀਤਾ ਸੱਤ, ਇਹ ਸੱਤ ਨੂੰ ਜਾਣ ਗਿਆ, ਕਿੰਨਾ ਭਲਾ ਮਨੁੱਖ ਹੈ। ਵੈਸੇ ਬਾਹਰਲੀ ਦੁਨੀਆ ਵਾਸਤੇ ਤੇ ਵੈਸ਼ਵਾ ਹੈ, ਨੱਚਦੀ ਹੈ, ਪਰ ਮਨ ਦੀ ਬਿਰਤੀ ਕੀ ਹੈ। ਔਰ ਸਾਧੂ ਆਪਣੇ ਅਭਿਆਸ ਕਰਦਾ ਕਰਦਾ ਉਸ ਵੈਸ਼ਵਾ ਦੇ ਗਾਣੇ ਦਾ ਧਿਆਨ ਕਰਦਾ ਹੈ। ਤਾਂ ਅਖੀਰਲੇ ਸਮੇਂ ਜਦੋਂ ਰੱਬ ਦੇ ਸਾਹਮਣੇ ਪੇਸ਼ ਹੁੰਦਾ ਹੈ ਤੇ ਪ੍ਰਵਾਨ ਕੌਣ ਹੁੰਦਾ ਹੈ? ਜਿਹਦੀ ਮਨ ਦੀ ਅਵਸਥਾ ਹੈ ਪ੍ਰੇਮ ਦੀ। ਇਹਦੇ 'ਚ ਹੱਦਾਂ ਨਹੀਂ ਹਨ, ਨਾ ਕੁਛ, ਕੋਈ ਹੱਦ ਨਹੀਂ ਹੈ। ਅਗਰ ਮੈਂ ਪ੍ਰੇਮ ਨਾਲ ਦੇਖਾਂਗਾ ਤਾਂ ਉਸ ਪ੍ਰੇਮ ਨਾਲ ਦੇਖਾਂਗਾ ਜਿਹਦਾ ਮਨ ਦਾ ਹਿਰਦੇ ਬਾਗੋ ਬਾਗ ਹੋ ਜਾਂਦਾ ਨਾਮ ਨਾਲ, ਤਾਂ ਮੈਨੂੰ ਫਰਕ ਨਹੀਂ ਦਿਖੇਗਾ। ਸਾਨੂੰ ਜੀਵਨ ਨੂੰ ਸਮਝਣ ਦੀ ਲੋੜ ਹੈ ਕਿ ਇਹ ਦੋ ਪਹਿਲੂ ਨੇ ਜੀਵਨ ਦੇ। ਜਿਹੜਾ ਅੱਜ ਮੈਨੂੰ ਪਾਪੀ ਦਿਖਦਾ ਹੈ ਉਹ ਕੱਲ੍ਹ ਸੰਤ ਵੀ ਹੋ ਸਕਦਾ ਹੈ। ਤਾਂ ਕਥਾ ਇਹ ਕਹਿੰਦੀ ਹੈ ਕਿ ਸਾਧੂ ਨੂੰ ਨਰਕ 'ਚ ਭੇਜਿਆ ਗਿਆ ਅਤੇ ਉਹਨੇ ਪੁੱਛਿਆ ਵੀ ਮੈਂ ਤਾਂ ਸਾਰੇ ਜਨਮ ਸਾਧੂ ਰਿਹਾ, ਤੁਸੀਂ ਮੈਨੂੰ ਨਰਕ ਭੇਜ ਰਹੇ ਹੋ। ਔਰ ਵੈਸ਼ਵਾ ਨੂੰ ਇੱਕ ਸਮਝਣ ਦੀ ਗੱਲ ਹੈ। ਵੈਸ਼ਵਾ ਨੂੰ ਭੇਜਿਆ ਗਿਆ, ਹੈਵਨ ਵਿੱਚ ਭੇਜ ਦਿੱਤਾ, ਫਿਰਦੌਸ ਵਿੱਚ ਚਲੀ ਗਈ ਉਹ। ਤਾਂ ਜਦੋਂ ਪੁੱਛਿਆ ਗਿਆ ਜੀ ਇਹ ਕਿਉਂ ਹੋਇਆ, ਅਤੇ ਕਿਹਾ ਜੀ ਤੁਸੀਂ ਸਾਰੇ ਜਨਮ ਉਹਦਾ ਹੀ ਧਿਆਨ ਕਰਦੇ ਰਹੇ, ਵੈਸ਼ਵਾ ਦਾ। ਤੁਹਾਡਾ ਮਨ ਤੇ ਰੰਗਿਆ ਹੈ ਵੈਸ਼ਵਾ ਨਾਲ, ਤੁਹਾਡੇ ਮਨ ਤੇ ਗ੍ਰਸਤ ਹੈ, ਮਲੀਨ ਹੈ, ਜਦ ਕਿ ਉਹਦਾ ਮਨ ਸ਼ੁੱਧ ਹੈ। ਉਹ ਤਾਂ ਨਿਰੰਕਾਰ ਦਾ ਧਿਆਨ ਕਰਦੀ ਸੀ ਤੁਹਾਡੇ ਵੱਲ, ਤੁਹਾਡੇ ਦਰਸ਼ਨ ਕਰਦੇ। ਜੋ ਅਸੀਂ ਦੇਖਦੇ ਹਾਂ ਜੀਵਨ ਵਿੱਚ, ਜ਼ਰੂਰੀ ਨਹੀਂ ਜੀਵਨ ਉਸ ਤਰ੍ਹਾਂ ਵਰਤ ਰਿਹਾ। ਮੈਨੂੰ ਸੰਤ ਬਾਬਾ ਅਤਰ ਸਿੰਘ ਜੀ ਦੀ ਜੀਵਨ ਤੋਂ ਇੱਕ ਕਥਾ ਯਾਦ ਹੈ ਕਿ ਉਹਨਾਂ ਦੇ ਸਾਹਮਣੇ ਇੱਕ ਪੁਲਿਸ ਵਾਲਾ ਆਇਆ ਜਿਹਨੇ ਬੰਦੀ ਬਣਾਇਆ ਸੀ ਕਿਸੇ ਨੂੰ। ਤਾਂ ਸੰਤਾਂ ਨੇ ਕਿਹਾ ਇਹਨੂੰ ਛੱਡ ਦੇ। ਉਹਨੇ ਕਿਹਾ ਜੀ ਮੇਰੀ ਨੌਕਰੀ ਚਲੀ ਜਾਏਗੀ, ਮੈਂ ਉਹਨੂੰ ਛੱਡ ਦਿਆਂ। ਸੰਤਾਂ ਨੇ ਕਿਹਾ ਤੂੰ ਉਹਨੂੰ ਛੱਡ ਦੇ, ਜ਼ਿੰਮੇਵਾਰੀ ਮੇਰੀ ਹੈ, ਮੇਰੇ ਸਾਹਮਣੇ ਬੰਦੀ ਨਹੀਂ ਹੋਣਾ ਚਾਹੀਦਾ ਕੋਈ। ਉਹਨਾਂ ਨੇ ਇਹ ਨਹੀਂ ਪੁੱਛਿਆ ਕਿਸ ਕਰਕੇ ਬੰਦੀ ਬਣਾਇਆ, ਕੀ ਇਹਦਾ ਦੋਸ਼ ਹੈ। ਉਹਨਾਂ ਨੇ ਕਿਹਾ ਛੱਡ ਦੇ। ਕੋਈ ਵੀ ਬੰਦੀ ਹੁੰਦਾ ਹੈ ਇਸ ਤੋਂ ਜ਼ਿਆਦਾ ਕਰੋਪੀ, ਕਰਸ ਜ਼ਿਆਦਾ ਨਹੀਂ ਹੈ ਕਿਸੇ ਕੋਲ। ਅਸੀਂ ਵੀ ਜੀਵਨ ਵਿੱਚ ਕਈ ਤਰ੍ਹਾਂ ਦੇ ਬੰਧਨ ਬੰਨੇ ਹੋਏ ਹੈ। ਅਸੀਂ ਆਪਣੇ ਬੰਧਨਾਂ ਦੇ ਬੰਦੇ ਦੁੱਖ ਵਿੱਚ ਰਹਿੰਦੇ ਹਾਂ। ਸੱਚੀ ਗੱਲ ਇਹ ਹੈ ਕਿ ਇਹ ਜਿਹੜੇ ਬੰਧਨ ਹਨ ਆਪਣੇ ਬੰਨੇ ਹੋਏ, ਆਪਣੀ ਚੋਇਸਿਸ ਕਰਕੇ ਹਨ, ਪਰ ਹਨ। ਜੀਵਨ ਵਿੱਚ ਹਲਕਾ ਉਹ ਹੈ ਜੋ ਆਜ਼ਾਦ ਫਿਰਦਾ ਹੈ। ਜੀਵਨ ਵਿੱਚ ਸਕਸੈਸਫੁਲ ਉਹ ਹੈ ਜੋ ਆਜ਼ਾਦ ਹੈ। ਪਰ ਇੱਥੇ ਵਿਵਹਾਰਿਕ ਜੀਵਨ ਵਿੱਚ ਉਲਝਣ ਆ ਜਾਂਦੀ ਹੈ। ਤਾਂ ਫਿਰ ਭਾਣਾ ਕੀ ਕਹਿੰਦਾ ਹੈ? ਬੰਦ ਖਲਾਸੀ ਭਾਣੇ ਹੋਏ। ਮੈਨੂੰ ਇਸ ਲਾਈਨ ਦੇ ਦਰਸ਼ਨ ਵਿੱਚ ਦੋ ਤਰ੍ਹਾਂ ਦੇ ਪਹਿਲੂ ਦਿਖਦੇ ਹਨ। ਇੱਕ ਤੇ ਸਿੱਧੇ ਸਿੱਧੇ ਅਰਥ ਨੇ ਕਿ ਨਿਰੰਕਾਰ ਦੇ ਭਾਣੇ ਵਿੱਚ। ਇੱਕ ਨਿਰੰਕਾਰ ਦਾ ਭਾਣਾ ਤਾਂ ਨਾਮ ਹੈ।
ਮੇਰੇ ਖਿਆਲ ਵਿੱਚ ਤਾਂ ਨਾਮ ਹੀ ਹੈ ਜਿਹੜਾ ਮੈਨੂੰ ਆਜ਼ਾਦ ਕਰੇਗਾ। ਮੈਂ ਬੰਧਨ ਵਿੱਚ ਬੰਨਿਆ ਵੀ ਜੀਆਂਗਾ, ਮੈਂ ਮੁਕਤ ਵੀ ਆਜ਼ਾਦ ਘੁੰਮਾਂਗਾ। ਜੀਵਨ ਨੂੰ ਦੇਖਦੇ ਹੋਏ ਦੁਨੀਆ ਦੇਖੇਗੀ ਮੈਨੂੰ ਕਿ ਇਹ ਆਜ਼ਾਦ ਵੀ ਹੈ, ਬੰਨਿਆ ਵੀ ਹੈ, ਪਰ ਖਿਆਲ ਵਿੱਚ, ਮੇਰੀ ਸੁਰਤ ਵਿੱਚ ਮੈਂ ਆਜ਼ਾਦ ਹਾਂ। ਮੈਂ ਸੰਤਾਂ ਨਾਲ ਰਿਹਾ। ਗ੍ਰਸਤ ਜੀਵਨ ਜਦੋਂ ਨਾਲ ਅਧਿਆਤਮ ਦੇ ਟਕਰਦਾ ਹੈ, ਕਈ ਉਲਝਣਾਂ ਆ ਜਾਂਦੀਆਂ, ਪਰ ਇੱਕ ਪਲੇਨ ਤੇ ਹਨ। ਉਹਨਾਂ ਦਾ ਕੋਈ ਬਹੁਤ ਜ਼ਿਆਦਾ ਡੈਪਥ ਨਹੀਂ ਹੈ, ਪਰ ਫਿਰ ਵੀ ਨਿਭਾਉਣਾ ਬਣਦਾ ਹੈ। ਔਰ ਇਹ ਵੀ ਗੱਲ ਮੈਂ ਮੰਨਦਾ ਵਾਂ ਕਿ ਅਧਿਆਤਮ ਦੇ ਮਾਰਗ ਵਿੱਚ ਅਗਰ ਕੋਈ ਸਿਖਰ 'ਤੇ ਪਹੁੰਚਦਾ ਹੈ ਤਾਂ ਉਹਦਾ ਪਰਿਵਾਰ ਦਾ ਉਹਦੇ ਵਿੱਚ ਹਿੱਸਾ ਹੈ, ਭਾਵੇਂ ਉਹ ਨੈਗੇਟਿਵ ਹੈ ਜਾਂ ਪੋਜ਼ੀਟਿਵ ਹੈ। ਔਰ ਅਧਿਆਤਮ ਦੀ ਜਿਹੜਾ ਅਕਸ ਹੈ ਉਹ ਪਰਿਵਾਰ 'ਤੇ ਵੀ ਪੈਂਦਾ ਹੈ। ਇਹ ਮੇਰੀ ਭਾਵਨਾ ਹੈ। ਨਾਮ ਅਭਿਆਸੀ ਦੇ ਆਲੇ ਦੁਆਲੇ ਜੋ ਉਹਦੇ ਹਿੱਸੇ ਵਿੱਚ ਹੋਏਗਾ ਉਸ 'ਤੇ ਅਕਸ ਜ਼ਰੂਰ ਪਏਗਾ। ਦੇਖੋ, ਮੈਂ ਹੁਣ ਕੁਝ ਦਿਨਾਂ ਤੋਂ ਇੱਥੇ ਇਕੱਲਾ ਹਾਂ। ਲੱਗਦਾ ਇਹ ਹੈ ਕਿ ਇਕੱਲੇ ਹੋਣ ਵਿੱਚ ਅਭਿਆਸ ਜ਼ਿਆਦਾ ਹੋਏਗਾ, ਪਰ ਇਹ ਜ਼ਰੂਰੀ ਨਹੀਂ ਹੁੰਦਾ। ਕੱਲ੍ਹ ਮੇਰੇ ਮਨ 'ਚ ਇੱਕ ਭਾਵਨਾ ਆਈ ਕਿ ਦੋ ਤੋਂ ਵੀ ਇੱਕ ਬਣਦਾ ਹੈ ਅਤੇ ਦੂਜਾ ਹੋਣਾ ਜ਼ਰੂਰੀ ਹੈ। ਬਜ਼ੁਰਗਾਂ ਨਾਲ ਅਸੀਂ 4-5 ਸਾਲ ਨਾਲ ਰਹੇ, ਉਹ ਨਾਲ ਜ਼ਰੂਰ ਰੱਖਦੇ ਸਨ, ਭਾਵੇਂ ਉਹ ਬਾਹਰ ਹੀ ਖੜਾ ਕਰਦੇ ਜਾਂ ਬਾਹਰ ਹੀ ਕਹਿੰਦੇ ਰਹਿਣਾ, ਪਰ ਆਲੇ ਦੁਆਲੇ ਰਹਿਣਾ। ਮੈਨੂੰ ਲੱਗਦਾ ਇਹਦੇ 'ਚ ਕੁਛ ਸੁਰਤ ਦਾ ਕੁਛ ਭੇਦ ਹੈ, ਕਿਉਂਕਿ ਇਹ ਸਾਰੀ ਬਾਰਡਰਲੈਸ ਵਰਲਡ ਹੈ। ਇੱਥੇ ਸੀਮਲੈਸ ਦੁਨੀਆ ਹੈ। ਇੱਥੇ ਕੋਈ ਸਰੀਰ ਦੀ ਡੈਫੀਨੇਸ਼ਨ ਤਾਂ ਹੈ ਨਹੀਂ। ਅਧਿਆਤਮਕ ਜੀਵਨ ਜਿਹੜਾ ਹੈ ਉਹ ਤਾਂ ਬੜਾ ਸੀਮਲੈਸ ਜਿਹਾ ਅਕਸ ਹੈ। ਤਾਂ ਮਹਾਰਾਜ ਕਹਿੰਦੇ ਬੰਦ ਖਲਾਸੀ ਭਾਣੇ ਹੋਏ। ਮੈਨੂੰ ਲੱਗਦਾ ਇੱਕ ਇਹਦਾ ਦਰਸ਼ਨ ਇਹ ਵੀ ਹੋ ਸਕਦਾ ਹੈ ਕਿ ਨਾਮ ਦੇ ਭਾਣੇ ਵਿੱਚ ਮੇਰੀ ਬੰਦ ਖਲਾਸੀ ਹੈ, ਔਰ ਨਾਮ ਉਹਦੀ ਸ਼ਕਤੀ ਹੈ, ਉਸ ਦੇ ਦਰਸ਼ਨ ਨੇ, ਉਸ ਦੇ ਆਨੰਦ ਵਿੱਚ ਹੈ, ਉਹਦੀ ਕਿਰਪਾ ਵਿੱਚ ਹੈ, ਉਹਦੇ ਹੁਕਮ ਵਿੱਚ ਹੈ ਨਾਮ। ਤਾਂ ਇਸ ਕਰਕੇ ਉਹਦੀ ਮਰਜ਼ੀ ਹੈ, ਹੋਰ ਇਹਦੇ ਵਿੱਚ ਕਿਸੇ ਦਾ ਹਿੱਸਾ ਨਹੀਂ ਹੈ, ਹੋਰ ਆਖ ਨਾ ਸਕੇ ਕੋਈ। ਮੈਨੂੰ ਲੱਗਦਾ ਗੁਰੂ ਨਾਨਕ ਸਾਹਿਬ ਸਾਨੂੰ ਇਹ ਪੋਜ਼ੀਟਿਵ ਨੈਗੇਟਿਵ ਦੇ ਦਰਸ਼ਨ ਕਰਾ ਰਹੇ ਹਨ, ਇਹਨਾਂ ਤੋਂ ਪਾਰ ਲਿਜਾਣ ਵਾਸਤੇ। ਯੋਧਿਆਂ ਦੇ ਵੀ ਦਰਸ਼ਨ ਕਰਾ ਰਹੇ ਹਨ ਕਿ ਉਹ ਵੀ ਮੰਗਦੇ ਨੇ, ਮੰਗਤੇ ਤੇ ਸਾਰੇ ਨੇ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਕਿਰਤਗਣ ਕੌਣ ਹੋਇਆ? ਜਿਸ ਨੇ ਉਹਦਾ ਨਾਮ ਨਹੀਂ ਕਮਾਇਆ। ਜਿਹਨੇ ਉਹਦਾ ਨਾਮ ਕਮਾ ਲਿਆ ਉਹ ਕਿਰਤਗਣ ਨਹੀਂ ਕਿਹਾ ਜਾ ਸਕਦਾ। ਕਿਰਤਗਣ ਤੁਸੀਂ ਸਮਝਦੇ ਹੋ, ਜਿਹੜਾ ਉਹਦੀ ਦਾਤ ਨੂੰ ਜਸਟਿਸ ਨਾ ਕਰੇ, ਲੈ ਕੇ ਮੁੱਕਰ ਜਾਏ। ਜਿਵੇਂ ਇਸ ਪੌੜੀ ਵਿੱਚ ਵੀ ਇੱਕ ਦਰਸ਼ਨ ਆਉਂਦੇ ਹਨ, ਮੁੱਕਰ ਜਾਂਦੇ ਨੇ, ਕਹਿੰਦੇ ਨੇ ਰੱਬ ਹੈ ਹੀ ਨਹੀਂ, ਉਸ ਤੋਂ ਹੀ ਲੈਂਦੇ ਨੇ, ਉਸੇ ਨੂੰ ਕਹਿ ਦਿੰਦੇ ਨੇ, ਜਾਂ ਉਹ ਆਪਣੇ ਮਨ ਵਿੱਚ ਕਹਿ ਦਿੰਦੇ ਉਹ ਹੈ ਹੀ ਨਹੀਂ। ਮਹਾਰਾਜ ਸਾਨੂੰ ਇੱਕ ਬੜੀ ਅਦੁੱਤੀ ਦੁਨੀਆ ਵੱਲ ਪ੍ਰੇਰ ਰਹੇ ਹਨ। ਉੱਥੇ ਉਹੋ ਜਿਹੇ ਜੱਜਮੈਂਟਸ ਨਹੀਂ ਹਨ ਜਿਹੋ ਜਿਹੀ ਅਸੀਂ ਲੈ ਕੇ ਜੀਵਨ ਵਿੱਚ ਜੀਂਦੇ ਹਾਂ।
ਅਸੀਂ ਬਹੁਤ ਜਲਦੀ ਜੱਜ ਕਰਦੇ ਹਾਂ, ਔਰ ਮੈਨੂੰ ਲੱਗਦਾ ਹੈ ਉਹ ਸੁਸਾਇਟੀ ਜਿਹੜੀ ਜੱਜਮੈਂਟ ਵਿੱਚ ਬਹੁਤ ਤੇਜ਼ ਹੈ, ਉਹ ਕਰੋਪੀ ਨਾਲ ਭਰੀ ਹੋਈ ਹੈ। ਇਹਦਾ ਮਤਲਬ ਕਿ ਗਿਲਟ ਜਿਹੜਾ ਹੈ ਉਹ ਸੁਸਾਇਟੀ ਨੂੰ ਡਰਾਈਵ ਕਰ ਰਹੀ ਹੈ। ਕਿਉਂਕਿ ਮੈਂ ਜੱਜ ਕਿਉਂ ਕਰਾਂਗਾ? ਮੈਂ ਕਿਉਂ ਜੱਜ ਕਰਦਾ ਹਾਂ? ਤਾਂ ਕਿ ਮੈਨੂੰ ਰਿਲੀਫ ਆਏ, ਮੈਂ ਦੂਸਰੇ ਨੂੰ ਮਾੜਾ ਕਹਿ ਸਕਾਂ ਜਲਦੀ ਤਾਂ ਕਿ ਚੰਗਾ ਬਣ ਜਾਵਾਂ। ਤਾਂ ਆਪ ਦੇਖੋਗੇ ਜਿਹੜੀ ਸੁਸਾਇਟੀਜ਼ ਪ੍ਰੇਮ ਦੇ ਆਧਾਰ 'ਤੇ ਜੀਂਦੀਆਂ ਨੇ, ਉਹ ਉਹਨਾਂ ਨੂੰ ਵੀ ਆਲਿੰਗਨ ਦੇਣਗੀਆਂ, ਉਹਨਾਂ ਨੂੰ ਵੀ ਇੰਬਰੇਸ ਕਰਨਗੀਆਂ। ਇੱਕ ਬੈਂਬਾ ਟਰਾਈਬ ਹੈ ਅਫਰੀਕਾ ਦੀ, ਕੀ ਕਮਾਲ ਦੀ ਗੱਲ ਹੈ। ਇਹ ਗੱਲ ਮੈਂ ਉਸ ਦਿਨ ਮੈਰੀਡੀਅਨ ਵਿੱਚ ਵੀ ਕੀਤੀ ਸੀ, ਅੱਜ ਧਿਆਨ 'ਚ ਆ ਗਈ। ਉਸ ਬੈਂਬਾ ਟਰਾਈਬ ਦੇ ਵਿੱਚ ਅਗਰ ਕੋਈ ਮਾੜੀ ਗੱਲ ਕਰਦਾ ਹੈ ਤਾਂ ਉਸਨੂੰ ਐ ਨਹੀਂ ਕਹਿੰਦੇ ਕਿ ਤੂੰ ਮਾੜਾ ਹੈ। ਸਾਰੇ ਲੋਕ ਉਹਨੂੰ ਘੇਰ ਕੇ ਉਹਨੂੰ ਉਹਦੀ ਚੰਗੀਆਂ ਗੱਲਾਂ ਸੁਣਾਉਂਦੇ ਹੈ। ਤੂੰ ਇਹ ਚੰਗਾ ਕੀਤਾ ਸੀ, ਤੂੰ ਇਹ ਚੰਗਾ ਕੀਤਾ, ਤੂੰ ਬਹੁਤ ਚੰਗਾ ਹੈ। ਸਾਰੀ ਟਰਾਈਬ ਮਿਲ ਕੇ, ਕਮਾਲ ਦੇ ਦਰਸ਼ਨ ਨੇ। ਇਹਨਾਂ ਲੋਕਾਂ ਦੇ ਚਰਨ ਸਪਰਸ਼ ਕਰਨ ਨੂੰ ਜੀ ਕਰਦਾ ਹੈ। ਇਹ ਸੁਸਾਇਟੀਆਂ ਨੇ ਜਿਹੜੀਆਂ ਮੰਨੀਆਂ ਜਾਂਦੀਆਂ। ਇਹ ਨਹੀਂ ਕਿ ਜਿਹੜੀ ਸੁਸਾਇਟੀ ਵਿੱਚ ਜ਼ਿਆਦਾ ਚਮਕ ਦਮਕ ਹੈ, ਪਾਵਰ ਔਰ ਲਾਈਟ ਔਰ ਸਟਰਕਚਰ ਹੈ, ਗੱਡੀਆਂ ਨੇ, ਕਾਰਾਂ ਨੇ, ਸੜਕਾਂ ਨੇ, ਇਹਦੇ ਨਾਲ ਕੀ ਹੁੰਦਾ ਹੈ? ਮਾਨਸਿਕ ਅਵਸਥਾ ਕਿਤਨੀ ਗਿਰੀ ਹੋਈ ਹੈ। ਉੱਥੇ ਤਾਂ ਮਨ ਪ੍ਰਵਾਨ ਹੈ, ਜਿਹੜਾ ਸ਼ੁੱਧ ਹੋਏਗਾ, ਨਾਮ ਵਿੱਚ ਰੱਜਿਆ ਹੋਏਗਾ, ਉਹਦੇ ਵਿੱਚ ਵਾਸਾ ਹੈ ਨਿਰੰਕਾਰ ਦਾ। ਇਹਦੇ ਕਾਹਦਾ, ਇਹ ਜਿਹੜੀ ਗੱਡੀਆਂ ਮਹਿਲਾਂ, ਇਹਦੀ ਕੀ ਵੈਲਿਊ ਹੈ? ਬਸ ਕੁਛ ਦਿਨ ਦੀ। ਐਸੋ ਐ ਸੰਸਾਰ ਪੇਖਣਾ, ਰਹਿਨ ਨਾ ਕੋ ਭਈਏ ਰੇ। सूदे सूदे रेग चलो तुम, नतर को तक्का दे भइए रे। बारे बूढ़े तरने दैया, सब हूँ जम ले जाइए रे। मानस बपरा मूसा कीनो, मीच बुलैया खइए रे। चूहे की तरह खादा जाता इंसान, माया खा लैंदी इहनूं। ਚੰਗਾ ਮਾੜਾ ਕੀ ਰਹਿ ਗਿਆ? ਜੋ ਹੈ ਉਹ ਮੇਰੇ ਮਨ ਦੇ ਅੰਦਰ ਹੈ। ਪਰ ਮੈਂ ਆਪ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਅਸੀਂ ਮਾੜਾ ਦੇਖਦੇ ਹਾਂ, ਹੋ ਸਕਦਾ ਮਾਨਸਿਕ ਰੂਪ 'ਚ ਇੰਨਾ ਮਾੜਾ ਵੀ ਨਾ ਹੋਏ ਵੀ ਤਾਂ ਵੀ ਅਸੀਂ ਉਹਦੀ ਐਕਸੈਪਟੈਂਸ 'ਚੋਂ ਨਿਗੇਟ ਨਹੀਂ ਕਰਨਾ ਆਪਣੇ ਨੂੰ। ਹਾਂ, ਇਹ ਨਹੀਂ ਮੈਂ ਕਹਿ ਰਿਹਾ ਕਿ ਆਪਣਾ ਨੁਕਸਾਨ ਕਰਾਂਗੇ ਜਾਂ ਉਹਦੇ ਵਰਗੇ ਬਣਾਂਗੇ। ਅਸੀਂ ਪ੍ਰੇਮ ਉਸ ਨੂੰ ਬਰਾਬਰ ਦਿਆਂਗੇ, ਭਾਵੇਂ ਉਹ ਚੰਗਾ ਹੈ ਭਾਵੇਂ ਮਾੜਾ ਹੈ। ਇਹ ਨਾਮ ਦੀ ਕਿਰਪਾ ਹੈ, ਔਰ ਇਹ ਲੱਛਣ ਨਿਰੰਕਾਰ ਦੇ ਸਾਹਿਬ ਇਸ ਪੌੜੀ ਵਿੱਚ ਦਰਸ਼ਨ ਕਰਾ ਰਹੇ ਹਨ ਕਿ ਉਹ ਬਰਾਬਰ ਦਿੰਦਾ ਹੈ। ਹਾਂ, ਉਸਨੇ ਕੁਛ ਹੁਕਮ ਬਣਾਏ ਹਨ, ਕੁਛ ਕਾਨੂੰਨ ਬਣਾਏ ਹਨ, ਉਹਦੇ ਹਿਸਾਬ ਨਾਲ ਆਪਣੇ ਕਰਮਾਂ ਦਾ ਭੋਗ ਹਰ ਜਣਾ ਆਪ ਭੋਗਦਾ ਹੈ। ਉਹ ਤਾਂ ਠੀਕ ਹੈ। ਜੋ ਦੁੱਖਾਂ ਵਾਲੇ ਕਰਮ ਕਰੇਗਾ ਉਹ ਦੁਖੀ ਹੋਏਗਾ, ਪਰ ਉਹਦੇ 'ਚ ਉਹਦਾ ਕੋਈ ਹਿੱਸਾ ਨਹੀਂ ਹੈ। ਉਹਦੀ ਕੋਈ ਪਰਸਨਲ ਲਾਈਕਿੰਗ ਔਰ ਡਿਸਲਾਈਕਿੰਗ ਨਹੀਂ ਹੈ ਇਹਦੇ ਵਿੱਚ ਕਿ ਮਾੜੇ ਨੂੰ ਐਕਸਟਰਾ ਦੁੱਖ ਦਿਓ। ਉਹਦੇ ਹੁਕਮ ਦੇ ਅਨੁਸਾਰ ਖੇਡ ਚੱਲਦੀ ਹੈ। ਇਹ ਸਾਰੀ ਸ੍ਰਿਸ਼ਟੀ ਉਹਦਾ ਕਰਮ ਹੈ, ਉਹਦੀ ਨਦਰ ਹੈ। ਉਸਦੇ ਕਰਮ ਦੇ ਦਰਸ਼ਨ ਇਸ ਸਾਰੀ ਸ੍ਰਿਸ਼ਟੀ ਵਿੱਚ ਹਨ। ਇੱਥੇ ਚੰਗੇ ਵੀ ਲੈ ਰਹੇ ਨੇ, ਮਾੜੇ ਵੀ ਲੈ ਰਹੇ ਨੇ। ਅਸੀਂ ਦੋਨਾਂ ਪੱਖਾਂ ਨੂੰ, ਉਹ ਨਿਰੰਕਾਰ ਦੋਨਾਂ ਪੱਖਾਂ ਨੂੰ ਬਰਾਬਰ ਦੇ ਰਿਹਾ ਹੈ।
ਜਿਹੜੇ ਉਸ ਤੋਂ ਮੁੱਕਰ ਵੀ ਜਾ ਰਹੇ ਆ ਉਹਨਾਂ ਨੂੰ ਵੀ ਦੇ ਰਿਹਾ। ਉਹ ਦੇਣ ਤੋਂ ਨਹੀਂ ਹਿਚਕ ਰਿਹਾ। ਇਹਦੇ 'ਚ ਦੂਜਾ ਐਲੀਮੈਂਟ ਇੱਕ ਹੋਰ ਹੈ ਕਿ ਜੀਵਨ ਇੱਕ ਵਹਿੰਦੀ ਨਦੀ ਹੈ। ਮੇਰਾ ਮਨ ਅੱਜ ਚੰਗਾ ਹੈ, ਕੱਲ ਇਹੀ ਮਨ ਮਾੜਾ ਹੋ ਸਕਦਾ, ਤਾਂ ਫਿਰ ਮੈਂ ਕੀ ਕਵਾਂਗਾ ਕਿ ਮੈਂ ਕੌਣ ਹਾਂ, ਚੰਗਾ ਹਾਂ ਕਿ ਮਾੜਾ ਹਾਂ। ਅੱਜ ਮੇਰੇ ਜੀਵਨ ਵਿੱਚ ਸਕਸੈਸ ਹੈ ਤੇ ਮੈਨੂੰ ਸਿਆਣਾ ਗਿਣੇਗੀ ਦੁਨੀਆ, ਕੱਲ ਫੇਲੀਅਰ ਆਏਗਾ ਤਾਂ ਮੂਰਖ ਗਿਣੇਗੀ, ਤਾਂ ਮੈਂ ਕੀ ਹਾਂ। ਦੋਨੋਂ ਪੱਖ ਮੇਰੇ ਜੀਵਨ ਵਿੱਚ ਆਉਂਦੇ ਹਨ। ਕੋਈ ਬਹੁਤੀ ਦੂਰ ਦੀ ਗੱਲ ਨਹੀਂ ਹੈ, ਸਾਡੇ ਸਾਰਿਆਂ ਦੇ ਜੀਵਨ ਵਿੱਚ ਇਹੀ ਚੱਲਦਾ ਹੈ। ਤਾਂ ਕਿਸੇ ਨੇ ਕੋਈ ਮਾੜਾ ਕਰਮ ਕੀਤਾ, ਉਹਨੂੰ ਪਾਪੀ ਕਹਿ ਕੇ ਸਾਰੀ ਜੀਵਨ ਪਾਪੀ ਕਵਾਂਗੇ। ਕਰਮ ਮਾੜਾ ਸੀ, ਉਹ ਮਾੜਾ ਹੈ ਕਿ ਨਹੀਂ, ਇਹ ਵਿਚਾਰਨ ਦੀ ਗੱਲ ਹੈ। ਅਗਰ ਮੇਰੇ ਮਨ ਨੂੰ ਪ੍ਰੇਮ ਸ਼ੁੱਧ ਕਰ ਸਕਦਾ ਹੈ ਔਰ ਮੇਰੇ ਵਰਗੇ ਪਾਪੀਆਂ ਨੂੰ ਨਿਰਮਲ ਕਰ ਸਕਦਾ ਹੈ ਨਾਮ, ਤਾਂ ਦੂਸਰੇ ਨੂੰ ਕਿਉਂ ਨਹੀਂ ਕਰ ਸਕਦਾ। ਦੂਸਰੇ ਦੇ ਪਾਪਾਂ ਨੂੰ ਨਾਮ ਕਿਉਂ ਨਹੀਂ ਧੋ ਸਕਦਾ। ਕਿਉਂਕਿ ਦਰਅਸਲ ਮਨ ਦੇ ਤਹਿ ਵਿੱਚ ਜਿਹੜਾ ਸੱਤ ਛਿਪਿਆ ਹੈ, ਉਹ ਤਾਂ ਪਾਪੀ ਦੇ ਘਰ ਵੀ ਉਹੀ ਸੱਤ ਹੈ ਜਿਹੜਾ ਦੂਜਿਆਂ ਦੇ ਘਰ ਵਿੱਚ ਛਿਪਿਆ ਹੈ। ਜੋਤ ਵਿੱਚ ਕੋਈ ਫਰਕ ਨਹੀਂ ਹੈ। ਮਨ ਦੀ ਤਹਿ ਵਿੱਚ ਸੀਟ ਆਫ ਦ ਮਾਈਂਡ ਕੰਟੇਨਸ all the light of life and the joys of life. Seat of the mind. ਆਧਾਰ ਜੀਵਨ ਦਾ, ਮਨ ਦਾ ਆਧਾਰ ਹੀ ਨਾਮ ਹੈ, ਆਨੰਦ ਹੈ, ਉਹ ਤਾਂ ਇੱਕੋ ਹੀ ਹੈ। ਔਰ ਮੇਰੇ ਹੀ ਮਨ ਦੋਨਾਂ ਗਲੀਆਂ ਚੋਂ ਨਿਕਲ ਕੇ ਚੱਲਦਾ ਹੈ। ਕਿਸ ਨੂੰ ਮੈਂ ਕਹਾਂਗਾ ਮੈਂ ਜ਼ਿਆਦਾ ਹਾਂ ਜਾਂ ਘੱਟ ਹਾਂ। ਇਹ ਬਹੁਤ ਜ਼ਰੂਰੀ ਹੈ ਸਮਝਣਾ, ਤਾਂ ਕਿ ਅਸੀਂ ਜੀਵਨ ਦੇ ਵਿੱਚ ਜੱਜਮੈਂਟਸ ਡ੍ਰੌਪ ਕਰ ਦਈਏ। ਜੀਵਨ ਦਾ ਆਧਾਰ ਪ੍ਰੇਮ ਬਣ ਜਾਏ, ਜੱਜਮੈਂਟ ਨਹੀਂ। ਇਸ ਚੀਜ਼ ਤੋਂ ਡਰ ਕੇ ਚੱਲਣਾ ਇਨਸਾਨ। ਆਪਣੇ ਆਪ ਨੂੰ ਚੰਗਾ ਕਹਾਣਾ ਵੀ ਮਾੜਾ ਲੱਗਦਾ ਹੈ। ਤਾਂ ਸਾਹਿਬ ਨੇ ਬਾਰ-ਬਾਰ ਆਪਣੇ ਆਪ ਨੂੰ ਨੀਵਾਂ ਗਿਣਾਇਆ। ਅਸੀਂ ਤੁਸੀਂ ਕੀ ਚੀਜ਼ ਹਾਂ। ਆਓ ਸਾਹਿਬ ਦੇ ਪੌੜੀ ਦੇ ਦਰਸ਼ਨ ਕਰੀਏ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਦੇ ਸ਼ਬਦ ਵਿੱਚ ਦਰਸ਼ਨ ਵਿੱਚ ਉਤਰੀਏ। ਕੋਈ ਕਿਰਪਾ ਹੋਏ ਸਾਨੂੰ ਅੰਤਰ ਵਿੱਚ ਗਿਆਨ ਪ੍ਰਾਪਤ ਹੋ ਜੇ। ਮਹਾਰਾਜ ਕਹਿੰਦੇ ਨੇ, ਬਹੁਤਾ ਕਰਮ ਲਿਖਿਆ ਨਾ ਜਾਏ। ਇਹ ਉਹਦਾ ਬਹੁਤ ਕਰਮ ਹੈ। ਸਾਰੀ ਸ੍ਰਿਸ਼ਟੀ ਉਹਦੀ ਨਜ਼ਰ ਦੀ, ਕਿਰਪਾ ਦੀ, ਉਹਦੇ ਪ੍ਰੇਮ ਦੀ, ਉਹਦੇ ਹੁਕਮ ਦੀ, ਉਹਦੇ ਦਰਸ਼ਨਾਂ ਦੀ, ਉਹਦੀ ਹਜ਼ੂਰੀ ਦੀ, ਉਹਦੇ ਸਾਥ ਦੀ, ਉਹਦੀ ਸਪਿਰਿਟ ਦੀ ਪਾਬੰਦ ਹੈ। ਜੋ ਵੀ ਕੁਝ ਸਾਨੂੰ ਕਦੇ ਮਿਲਦਾ ਹੈ ਜਾਂ ਕਿਸੇ ਨੂੰ ਮਿਲਿਆ ਹੈ, ਸਭ ਉਹਦੇ ਕਰਮ ਤੋਂ ਮਿਲਿਆ ਹੈ। ਮਹਾਰਾਜ ਕਹਿੰਦੇ ਨੇ, ਇਹਨੂੰ ਜਾਣਨ ਦੀ ਕੋਸ਼ਿਸ਼ ਨਹੀਂ। ਅਥਾਹ ਸਮੁੰਦਰ ਹੈ। ਉਹਦੀ ਕਰਮ, ਉਹਦੀ ਕਿਰਪਾ, ਉਹਦੀ ਨਦਰ, ਉਹਦਾ ਪ੍ਰੇਮ ਦਾ ਸੋਮਾ ਡੁਬਕੀ ਲਗਾਈਏ ਤੇ ਗਵਾਚ ਹੀ ਜਾਈਏ। ਮੈਂ ਨਹੀਂ ਰਵਾਂਗਾ। ਇੰਨੀ ਹੋਂਦ ਨਿਰੰਕਾਰ ਦੀ ਨਿਰਾਲੀ ਹੈ। ਬਹੁਤਾ ਕਰਮ ਲਿਖਿਆ ਨਾ ਜਾਏ। ਕਿਵੇਂ ਲਿਖ ਲਵਾਂਗੇ? ਕੋਈ ਲਿਖਣ ਦੀ ਕੋਈ ਤਰੀਕਾ ਨਹੀਂ ਹੈ। ਇਸ਼ਾਰਤਨ ਗੱਲਾਂ ਨੇ, ਨਿਰੰਕਾਰ ਦੇ ਭੇਦ ਖੁੱਲ੍ਹਦੇ ਨੇ।
ਇਹ ਸਭ ਕਰਮ ਦੀ ਗੱਲ ਹੈ, ਉਹਦੀ ਨਦਰ ਦੀ ਗੱਲ ਹੈ। ਰਾਈਟ ਔਰ ਰੋਂਗ ਦੇ ਜਜਮੈਂਟ ਦੇ ਵਿੱਚ ਨਹੀਂ ਹੈ ਜੀਵਨ। ਰਾਈਟ ਔਰ ਰੋਂਗ ਤੇ ਸੰਸਾਰਕ ਜੀਵਨ ਵਿੱਚ, ਪੈਰਾਡਾਈਮ ਵਿੱਚ ਹੋ ਸਕਦਾ ਹੈ, ਪਰ ਅਧਿਆਤਮਕ ਵਿੱਚ ਨਹੀਂ ਹੈ। ਹੰਕਾਰ ਵਿੱਚ ਕੀਤਾ ਗਿਆ ਹਰ ਕਰਮ ਇੱਕ ਤਰੀਕੇ ਨਾਲ ਹਰ ਕਰਮ ਹੀ ਗਲਤ ਹੋ ਜਾਂਦਾ ਹੈ, ਭਾਵੇਂ ਉਹ ਚੰਗਾ ਹੋਏ ਭਾਵੇਂ ਮਾੜਾ ਹੋਏ, ਅਧਿਆਤਮਕ ਦੀ ਦ੍ਰਿਸ਼ਟੀ ਵਿੱਚ, ਕਿਉਂਕਿ ਉਹ ਝੂਠ ਦੇ ਆਧਾਰ ਤੇ ਬਣਿਆ ਹੈ। ਜਦ ਮੈਂ ਹੀ ਝੂਠ ਹਾਂ, ਐਬਸੋਲੂਟ ਦੇ ਵਿੱਚ ਮੈਂ ਕਹਿ ਰਿਹਾ, ਆਪ ਕਨਫਿਊਜ਼ ਨਾ ਹੋ ਜਾਣਾ, ਦੋ ਪਲੇਨ ਨਾ ਮਿਕਸ ਕਰ ਦੇਣਾ। ਪਰ ਸਾਡੇ ਜੀਵਨ ਦੀ ਫਾਊਂਡੇਸ਼ਨ ਕੀ ਹੋਣੀ ਚਾਹੀਦੀ ਹੈ, ਸਾਡੇ ਮਨ ਦੀ ਫਾਊਂਡੇਸ਼ਨ ਕੀ ਹੋਣੀ ਚਾਹੀਦੀ ਹੈ? ਉਹ ਪ੍ਰੇਮ ਹੋਣੀ ਚਾਹੀਦੀ ਹੈ। ਨਾਮ ਹੋਣਾ ਚਾਹੀਦਾ ਹੈ। ਇਹ ਰਾਈਟ ਔਰ ਰੋਂਗ ਦੇ ਜਜਮੈਂਟ ਤੋਂ ਬਿਯੋਂਡ ਜਾਣਾ ਹੈ। ਮਹਾਰਾਜ ਕਹਿੰਦੇ ਨੇ ਉਹਦਾ ਕਰਮ ਨਹੀਂ ਲਿਖ ਸਕਦੇ ਅਸੀਂ। ਵੱਡਾ ਦਾਤਾ ਤਿਲ ਨਾ ਤਮਾਏ। ਪ੍ਰੇਮ ਦੇ ਲੱਛਣ ਕੀ ਨੇ? ਅਸੀਂ ਜਦੋਂ ਪ੍ਰੇਮ ਦੀ ਕਹਾਣੀਆਂ ਸੁਣਦੇ ਹਾਂ ਦੁਨੀਆ ਵਿੱਚ, ਤਾਂ ਪੰਜਾਬ ਤੋਂ ਕੁਝ ਕਹਾਣੀਆਂ ਹੀਰ ਰਾਂਝਾ ਦੀ ਆਉਂਦੀ ਹੈ, ਲੈਲਾ ਮਜਨੂ ਦੀ ਆਉਂਦੀ ਹੈ। ਇਹ ਸਾਰੀ ਕਹਾਣੀਆਂ ਵਿੱਚ ਔਰਤ ਦਾ ਨਾਮ ਪਹਿਲੇ ਆਉਂਦਾ ਹੈ। ਸਿਰਫ ਇੱਕ ਕਹਾਣੀ ਹੈ ਜਿਹੜੀ ਪ੍ਰੇਮ ਦੀ, ਜਿਹਦੇ ਵਿੱਚ ਮਰਦ ਦਾ ਨਾਮ ਪਹਿਲੇ ਆਉਂਦਾ ਹੈ। ਮਿਰਜ਼ਾ ਸਾਹਿਬਾ ਇੱਕ ਇਹੋ ਜਿਹੀ ਸਟਰੇਂਜ ਜੀ ਸਟੋਰੀ ਹੈ ਜਿਹਦੇ ਵਿੱਚ ਮਰਦ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਇਹ ਕਾਰਨ ਹੈ ਇਹਦਾ। ਬਾਕੀ ਸਾਰੀਆਂ ਵਿੱਚ ਫੀਮੇਲ ਪਹਿਲੇ ਆ ਰਹੀ ਹੈ। ਲੈਲਾ ਮਜਨੂ, ਹੀਰ ਰਾਂਝਾ, ਸੱਸੀ ਪੁੰਨੂ, ਕਿਉਂਕਿ ਫੀਮੇਲ ਦਾ ਸੈਕਰੀਫਾਈਸ ਜ਼ਿਆਦਾ ਹੈ। ਸੁਸਾਇਟੀ ਵਿੱਚ ਬੰਧਨ ਔਰਤ ਦੇ ਵਿੱਚ ਲੱਛਣ ਅਸੀਂ ਪਹਿਲੇ, ਨਿਸ਼ਾਨ ਔਰਤਾਂ 'ਤੇ ਪਹਿਲੇ ਲਗਾਉਂਦੇ ਹਾਂ, ਜਜਮੈਂਟਸ ਅਸੀਂ ਪਹਿਲੇ ਔਰਤ ਜਾਮੇ ਨੂੰ ਪਾਉਂਦੇ ਹਾਂ। ਇਸ ਕਰਕੇ ਔਰਤ ਜਾਮੇ ਦੇ ਲਾਂਛਨ ਜ਼ਿਆਦਾ ਲੱਗਦੇ ਹੈ, ਉਹਦਾ ਸੈਕਰੀਫਾਈਸ ਜ਼ਿਆਦਾ ਹੈ, ਇਸ ਕਰਕੇ ਉਹਨਾਂ ਦਾ ਨਾਂ ਪਹਿਲੇ ਹੈ। ਮਿਰਜ਼ਾ ਸਾਹਿਬਾ ਵਿੱਚ ਉਲਟਾ ਹੋ ਗਿਆ। ਸਾਹਿਬਾ ਨੇ ਮਿਰਜ਼ਾ ਨੂੰ ਮਰਵਾ ਦਿੱਤਾ ਆਪਣੇ ਭਰਾਵਾਂ ਤੋਂ। ਪੇੜ ਦੇ ਥੱਲੇ ਮਿਰਜ਼ਾ ਬਹੁਤ ਤੀਰਅੰਦਾਜ਼ੀ ਵਿੱਚ ਸ਼ਾਤਰ ਸੀ। ਉਹਦੇ ਭਰਾ ਉਹਨੂੰ ਮਾਰਨ ਆ ਰਹੇ ਸਨ, ਤਾਂ ਉਹਦੇ ਕੁਵਰ 'ਚੋਂ ਉਹਦੇ ਸਾਰੇ ਐਰੋਜ਼ ਕੱਢ ਲਏ, ਉਹ ਮਾਰਿਆ ਗਿਆ ਗਰੀਬ। ਸੈਕਰੀਫਾਈਸ ਮਿਰਜ਼ਾ ਦਾ ਜ਼ਿਆਦਾ ਹੈ, ਤਾਂ ਮਿਰਜ਼ਾ ਦਾ ਨਾਂ ਪਹਿਲੇ ਆਉਂਦਾ ਹੈ। ਜਦੋਂ ਪ੍ਰੇਮ ਵਿੱਚ ਲੈਣ ਦੇਣ ਹੁੰਦਾ ਹੈ ਤਾਂ ਉਹਦੇ 'ਚ ਗਿਣਤੀ ਨਹੀਂ ਹੁੰਦੀ। ਨਿਰੰਕਾਰ ਵੀ ਸਾਨੂੰ ਇਸੇ ਤਰ੍ਹਾਂ ਦਿੰਦਾ ਹੈ, ਪ੍ਰੇਮ ਵਿੱਚ ਦਿੰਦਾ ਹੈ। ਭਾਈ ਮੇਰੇ, ਉਹਨੇ ਸਾਰੀ ਸ੍ਰਿਸ਼ਟੀ ਇੱਕ ਪ੍ਰੇਮ ਦੇ ਆਧਾਰ 'ਤੇ ਖੜੀ ਕੀਤੀ ਹੈ। ਪਰਸੋਂ ਮੈਨੂੰ ਕੋਈ ਪੁੱਛਦਾ ਸੀ ਪਰਪਸ ਆਫ ਵਰਲਡ ਕੀ ਹੈ। ਵੈਸੇ ਤਾਂ ਚੰਗਾ ਕੁਐਸਚਨ ਨਹੀਂ ਹੈ, ਮੈਂ ਜਵਾਬ ਦਿੱਤਾ ਨਹੀਂ, ਪਰ ਦੇਣਾ ਇਹ ਬਣਦਾ ਸੀ। ਪ੍ਰੇਮ ਪਰਪਸ ਹੈ ਦੁਨੀਆ ਦਾ। ਅਸੀਂ ਉਹਨੂੰ ਜਾਣ ਪਾਈਏ ਜਾਂ ਨਾ ਜਾਣ ਪਾਈਏ, ਉਸ ਦੇ ਪ੍ਰੇਮ ਵਿੱਚ ਇਹ ਸਾਰੀ ਸ੍ਰਿਸ਼ਟੀ ਖੇਡ ਰਹੀ ਹੈ, ਔਰ ਉਹਦੇ ਪ੍ਰੇਮ ਦਾ ਹੀ ਇਜ਼ਹਾਰ ਇਹ ਸਭ ਕੁਝ ਚੱਲਦਾ ਹੈ, ਔਰ ਉਸ ਦੇ ਪ੍ਰੇਮ ਦੇ ਕਾਰਨ ਹੀ ਇਹਨੂੰ ਰੋਕਦਾ ਵੀ ਨਹੀਂ ਹੈ। ਉਹ ਉਸ ਪ੍ਰੇਮ ਦੇ ਦਰਸ਼ਨ ਕਿੱਥੇ ਕਰਨੇ ਨੇ, ਉਹ ਸਾਨੂੰ ਸ਼ਬਦ ਦੱਸਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, दीन दुनिया दे वाली, कितना
ਪ੍ਰੇਮ ਹੋਏਗਾ ਜਨ ਵਿੱਚ, ਜਿਹੜਾ ਇਹ ਕਹਿ ਦੇ ਕਿ ਬਿਨਾਂ ਪ੍ਰੇਮ ਦੇ ਰੱਬ ਨੂੰ ਨਹੀਂ ਮਿਲ ਸਕਦੇ ਭਾਈ। ਔਰ ਉਸ ਜਨ ਨੂੰ ਜੰਗਾਂ ਲੜਨੀਆਂ ਪੈਣ, ਉਹਦੇ ਸਾਹਿਬਜ਼ਾਦੇ ਉਹ ਸ਼ਹੀਦ ਹੋ ਜਾਣ ਉਹਦੇ ਸਾਹਮਣੇ ਛੋਟੀ ਉਮਰ ਵਿੱਚ, ਕੀ ਬੀਤਿਆ ਹੋਏਗਾ ਇਹਨੂੰ ਨਹੀਂ ਅਸੀਂ ਕਦੇ ਜਾਣ ਵੀ ਨਹੀਂ ਪਾਵਾਂਗੇ। ਅਥਾਹ ਸਮੁੰਦਰ ਹੈ ਤਾਂ ਸਾਹਿਬ ਦਾ ਹਿਰਦੇ ਅਥਾਹ ਸਮੁੰਦਰ ਹੈ। ਜਿਵੇਂ ਉਹਦਾ ਦਾ ਸਿੱਖ ਨਾਲ ਆਪਣੇ ਪ੍ਰੇਮ ਹੈ, ਉਹ ਪ੍ਰੇਮ ਅਥਾਹ ਹੈ। ਜਨਮਾਂ ਜਨਮਾਂ ਤੋਂ ਪਾਰ ਜਾ ਕੇ ਵੀ ਆਪਣੇ ਸਿੱਖ ਨੂੰ ਨਹੀਂ ਛੱਡਣਗੇ। ਚੀਤਾ ਕਰਦਾ ਹੈ ਕਿ ਸਾਹਿਬ ਦੀ ਹਜ਼ੂਰੀ ਵਿੱਚ ਅਥਰੂ ਹੀ ਵਹਿੰਦੇ ਰਹੀਏ, ਉਹਨਾਂ ਨੂੰ ਪੁਕਾਰਦੇ ਰਹੀਏ। ਉਹਨਾਂ ਨੂੰ ਆਪਣੇ ਵੱਲ, ਆਪਣੇ ਮਨ ਵਿੱਚ ਕਿਧਰੇ ਦਰਸ਼ਨ ਉਹਨਾਂ ਦੇ ਹੋ ਸਕਣ, ਕਦੇ ਇਹ ਅਰਦਾਸ ਕਰਦੇ ਚਲੀਏ। ਕੌਣ ਕਹਿ ਸਕਦਾ ਹੈ? ਇਹੋ ਜਿਹੇ ਜਨ ਦੁਨੀਆ ਵਿੱਚ ਨਹੀਂ ਆਉਂਦੇ ਹਨ, ਜਿਹੜੇ ਚੰਗੇ ਔਰ ਮਾੜੇ ਦੋਨਾਂ ਨੂੰ ਤਾਰਨ ਵਾਸਤੇ ਤਿਆਰ ਰਹਿੰਦੇ ਹਨ। ਸਿੱਖਾਂ ਨੂੰ ਕਿਹਾ ਸੀ ਕੁਝ ਘੰਟੇ ਰੁਕ ਜਾਓ, ਨਹੀਂ ਮੰਨੇ। ਕਿਹਾ ਫਿਰ ਬਦਾਵਾ ਲਿਖਦੇ ਯਾਰ, ਉਸ ਬਦਾਵੇ ਨੂੰ ਫਿਰ ਆਪ ਹੀ ਪਾੜਦੇ ਹਨ। ਕਾਰਨ ਕੀ ਹੈ? ਪ੍ਰੇਮ ਬੜਾ ਹੈ ਭਾਈ। ਇਹ ਸਿੱਖਾਂ ਦਾ ਔਰ ਗੁਰੂ ਦਾ ਪ੍ਰੇਮ ਹੀ ਜੀਵਨ ਦਾ ਆਧਾਰ ਹੈ। ਸਿੱਖੀ ਦਾ ਆਧਾਰ ਹੀ ਹੈ ਪ੍ਰੇਮ ਹੈ, ਹੋਰ ਕੋਈ ਕਾਰਨ ਨਹੀਂ ਹੈ। ਅਨੰਦਪੁਰ ਵਿੱਚ ਇਸ ਤਰ੍ਹਾਂ ਸਿੱਖ ਆਪਣੀ ਜਾਨ 'ਤੇ ਖੇਡ ਕੇ ਮਹਾਰਾਜ ਦੇ, ਇਹ ਪ੍ਰੇਮ ਹੈ। ਇਹ ਅੱਜ ਵੀ ਪ੍ਰੇਮ ਹਾਜ਼ਰ ਹੈ, ਕਈ ਰੂਪਾਂ ਵਿੱਚ ਉਹਦੇ ਦਰਸ਼ਨ ਹੁੰਦੇ ਹਨ। ਮਾੜੇ ਨੂੰ ਵੀ ਚੰਗਾ ਬਣਾਉਂਦੇ ਹਨ। ਗੁਰੂ ਨਹੀਂ ਕਹਿੰਦਾ ਕਿ ਤੂੰ ਮਾੜੇ ਕਰਮਾਂ ਵਾਲਾ ਹੈ ਭਾਈ, ਪਹਿਲੇ ਕਰਮ ਚੰਗੇ ਕਰਕੇ ਆ। ਉਹ ਤਾਂ ਇਹ ਕਹਿੰਦਾ ਹੈ ਕਿ ਮਨ ਭਾਵੇਂ ਚੰਗਾ ਹੈ ਭਾਵੇਂ ਮਾੜਾ ਹੈ, ਮਨ ਅਰਪਣ ਕਰ ਦਿਓ। ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਆਪਣੀ ਆਈਡੈਂਟਿਟੀ ਹੀ ਘੇਰ ਦਿਓ ਮਹਾਰਾਜ, ਤਾਂ ਕਿ ਪ੍ਰੇਮ ਦੀ ਦੁਨੀਆ ਵਿੱਚ ਪੈਰ ਰੱਖ ਸਕੀਏ। ਆਪਣੇ ਦੁੱਖਾਂ ਨੂੰ ਪਿੱਛੇ ਛੱਡ ਦਈਏ, ਆਨੰਦ ਦੇ ਵਿੱਚ ਤੈਰਨ ਨੂੰ ਤਿਆਰ ਹੋ ਜਾਈਏ। ਮੈਂ ਆਪਣੇ ਆਪ ਨੂੰ ਲੈ ਕੇ ਉਸ ਦੇਸ਼ ਵਿੱਚ ਨਹੀਂ ਜਾ ਸਕਦਾ, ਮੈਨੂੰ ਆਪਣਾ ਆਪ ਪਿੱਛੇ ਛੱਡਣਾ ਪਏਗਾ। ਤਾਂ ਗੁਰੂ ਮੈਨੂੰ ਇਹੋ ਜਿਹੀ ਗਲਵਕੜੀ ਪਾਏਗਾ ਜਿਹੜੀ ਸਦਾ ਲਈ ਹੋਏਗੀ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਦਾ ਹੀ ਹਾਜ਼ਰ ਹਨ। ਇੱਕ ਖੇਡ ਮਾਤਰ ਵੀ ਅਕਸ ਉਹਨਾਂ ਦੇ ਆਪਣੇ ਜੀਵਨ 'ਤੇ ਸਾਟੇ ਪੈ ਜਾਏ, ਸਾਡਾ ਮਨ ਦੇ ਵਿੱਚ ਉਹਨਾਂ ਦੀ ਕੋਈ ਆਸੀਸ ਮਾਤਰ, ਤਾਂ ਇਹ ਸਾਰੇ ਉਲਝਣ ਜੋ ਸਾਡੇ ਜੀਵਨ ਵਿੱਚ ਹਨ, ਇਸ ਦੇ ਪਾਰ ਦੇਖ ਸਕਾਂਗੇ ਕਿ ਦਰਅਸਲ ਜੀਵਨ ਇੱਕ ਆਨੰਦ ਦਾ ਓਸ਼ਨ ਹੈ, ਜਿਹੜਾ ਨਿਰੰਕਾਰ ਨੇ ਬਖਸ਼ਿਆ ਹੈ। ਅਸੀਂ ਉਸ ਨੂੰ ਮਮਾ ਪਾਈਏ ਜੀਵਨ ਵਿੱਚ ਕਦੇ, ਅਸੀਂ ਉਹਨੂੰ ਜਾਣ ਪਾਈਏ ਕਦੇ। ਸਾਹਿਬ ਦੀ ਪੈਰਾਂ ਦੀ ਆਹਟ ਕਦੇ ਸਾਨੂੰ ਵੀ ਸੁਣਾਈ ਦੇ ਜਾਏ।
ਉਸ ਦੇਸ਼ ਦੀ ਖਬਰ ਮਿਲ ਜਾਏ ਕੁਛ। ਇਹ ਉਹਦਾ ਕਰਮ ਹੈ ਸਾਰਾ, ਗੁਰੂ ਮਹਾਰਾਜ ਦਾ ਕਰਮ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਕਰਮ ਹੈ। ਸਿੱਖ ਦਾ ਔਰ ਗੁਰੂ ਦਾ ਪ੍ਰੇਮ ਹੀ ਤਾਰ ਸਕਦਾ ਹੈ ਸਾਨੂੰ। ਔਰ ਪ੍ਰੇਮ ਨਾਲ ਬਾਣੀ ਪੜ੍ਹਾਂਗੇ ਤਾਂ ਸੁਰਤ ਇਕਾਗਰ ਹੋ ਜਾਏਗੀ। ਪ੍ਰੇਮ ਨਾਲ ਇਕਾਗਰ ਮਨ ਹੋਏਗਾ ਤਾਂ ਪਾਰ ਜਾ ਪਾਏਗਾ। ਨਹੀਂ ਤਾਂ ਇਹ ਜਿਹੜਾ ਹੰਕਾਰ ਵਾਲਾ ਜੀਵਨ ਹੈ ਇਹ ਤਾਂ ਡੋਬ ਦੇਗਾ ਮੈਨੂੰ। ਅਗਰ ਪਾਤਸ਼ਾਹ ਕਦੇ ਕੀ ਪਤਾ ਰਹਿੰਦਾ ਹੈ, ਉਹਨਾਂ ਦੇ ਚਰਨਾਂ ਦੀ ਅਰਦਾਸ ਕਰਦੇ ਰਹੀਏ। ਉਹਨਾਂ ਦੇ ਚਰਨਾਂ ਦੀ ਉਡੀਕ ਕਰਦੇ ਰਹੀਏ। ਭਾਈ ਨੰਦ ਲਾਲ ਗੋਆ ਕਿੰਨੀ ਪਿਆਰੀ ਗੱਲ ਕਰਦੇ ਹੈ। ਹਵਾਏ ਬੰਦਗੀ ਅਬੁਰ ਦਰ ਵਜੂਦ ਮਰਾ, ਵਗਰਨਾ ਜ਼ੌਕੇ ਚੁਨੀ ਆਮਦਨ ਨਮੂਦ ਮਰਾ। ਕਾਹਦੇ ਲਈ ਆਂਦਾ ਇੱਥੇ? ਜੇ ਤੇਰੀ ਬੰਦਗੀ ਨਾ ਹੋਈ ਤਾਂ ਕਾਹਦੇ ਲਈ ਆਏ ਹਾਂ? ਔਰ ਅਗਰ ਤੇਰੀ ਬੰਦਗੀ ਹੋ ਗਈ ਤਾਂ ਇਹ ਸਾਰੇ ਦੁੱਖ ਸੁੱਖ ਪਾਪ ਪੁੰਨ ਇਹ ਵਿੱਚੇ ਬਹਿ ਜਾਣਗੇ ਸਭ। ਪਰ ਤੇਰੀ ਬੰਦਗੀ ਮਿਲ ਜਾਏ ਤਾਂ ਤੇਰੇ ਪ੍ਰੇਮ ਦੇ ਦਰਸ਼ਨ ਹੋ ਜਾਣ ਬਸ। ਮਹਾਰਾਜ ਕਹਿੰਦੇ ਹਨ ਕਿ ਵੱਡਾ ਦਾਤਾ ਤਿਲ ਨਾ ਤਮਾਏ। ਉਹ ਸਾਨੂੰ ਲੈਣ ਦੇਣ ਨਹੀਂ ਕਰਦਾ, ਸਾਡੇ ਤੋਂ ਕੋਈ ਲਾਲਚ ਨਹੀਂ ਰੱਖਦਾ ਹੈ। ਕਾਹਦਾ ਲਾਲਚ? ਜਿਹਨੇ ਆਪਣਾ ਸਭ ਕੁਝ ਸਾਨੂੰ ਦੇ ਦਿੱਤਾ। ਸਾਡੇ ਮਨ ਵਿੱਚ ਉਸਦੇ ਦਰਸ਼ਨ ਹਨ। ਨਿਰੰਕਾਰ ਵਰਗ ਸਾਡੇ ਮਨ ਵਿੱਚ ਬੈਠਾ ਹੈ। ਹੋਰ ਉਸਨੇ ਕੀ ਦੇਣਾ ਹੈ? ਉਸਨੇ ਆਪਣੀ ਸਾਰੀ ਸ੍ਰਿਸ਼ਟੀ ਦੀ ਪੂੰਜੀ ਸਾਡੇ ਹੱਥ ਵਿੱਚ ਪਕੜਾਈ ਹੋਈ ਹੈ। ਉਹ ਕਾਹਦਾ ਲਾਲਚ ਕਰੇਗਾ? ਇਹ ਪੋਟੈਂਸ਼ੀਅਲ ਤੁਹਾਡੇ ਮਨ ਵਿੱਚ ਹੈ ਮਹਾਰਾਜ, ਮੇਰੇ ਮਨ ਵਿੱਚ ਵੀ ਹੈ। ਮਿਲ ਕੇ ਕਮਾ ਲਈਏ। ਇਸ ਜਨਮ ਵਿੱਚ ਜੀਂਦੇ ਜੀ ਪ੍ਰਤੱਖ ਕਰ ਦਈਏ। ਇਹ ਅਰਦਾਸ ਮਨ ਵਿੱਚ ਮੇਰੇ ਸਦਾ ਰਹੇ ਮਹਾਰਾਜ। ਕਿਵੇਂ ਕੋਈ ਕਿਰਪਾ ਹੋ ਜਾਏ, ਮੇਰਾ ਜੀਵਨ ਪਲਟ ਜਾਏ। ਮੈਂ ਇਹ ਦੁੱਖ ਸੁੱਖ ਪਾਪ ਪੁੰਨ, ਚੰਗਾ ਮਾੜਾ, ਅਮੀਰ ਗਰੀਬ, ਇਹ ਸਾਰੀ ਚੀਜ਼ਾਂ ਤੋਂ ਪਰੇ ਜਾ ਕੇ ਆਨੰਦ ਦੇ ਖੇੜੇ ਵਿੱਚ ਇੱਕ ਇਹੋ ਜਿਹੇ ਸਥਾਨ ਵਿੱਚ ਮਨ ਵਿੱਚ ਹਾਜ਼ਰ ਕਰਕੇ ਦਰਸ਼ਨ ਕਰ ਸਕਾਂ। ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰ ਦੇਣ। ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸਿਓ ਲੈਣ ਮਿਲਾਏ। ਕਿਵੇਂ ਹਰਸੋਂ ਹਰ ਨੂੰ ਕਿਵੇਂ ਮਿਲਾਉਂਦੇ ਨੇ ਮਹਾਰਾਜ? ਆਪ ਮਿਲ ਕੇ ਮਿਲਾਉਂਦੇ ਨੇ। ਤੇਰੇ ਜਨ ਪਰਉਪਕਾਰੀ ਆਏ, ਜੀਵਨ ਦਾਨ ਦੇ ਦਿੰਦੇ ਹਨ, ਭਗਤੀ ਕਰਾਉਂਦੇ ਹਨ, ਹਰੀ ਨਾਲ ਮਿਲਾ ਦਿੰਦੇ ਹਨ, ਆਪ ਮਿਲ ਕੇ ਮਿਲਾ ਦਿੰਦੇ ਹਨ ਮਹਾਰਾਜ। ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੱਥਾ ਟੇਕੀਏ। ਕਦੇ ਮਹਾਰਾਜ ਸਾਡੇ ਤੇ ਨਜ਼ਰ ਕਰ ਦੇਣ ਤਾਂ ਉਹ ਕੀ ਸਾਡੇ ਤੋਂ ਲਾਲਚ ਰੱਖੇਗਾ, ਤਿਲ ਸਾਡੇ ਤੋਂ ਮੰਗੇਗਾ। ਨਿਰੰਕਾਰ ਜਿਹੜਾ ਸਭ ਕੁਝ ਸਾਨੂੰ ਅਰਪਣ ਕਰ ਚੁੱਕਿਆ ਹੈ, ਉਹਦਾ ਕਰਮ ਹੀ ਸਾਡੇ ਮਨ ਵਿੱਚ ਵਾਸ ਕਰਨ ਦਾ ਹੈ। ਉਹਨੂੰ ਅਸੀਂ ਕਿਸੇ ਤਰ੍ਹਾਂ ਨਹੀਂ ਬਿਆਨ ਕਰ ਸਕਦੇ। ਪਰ ਅਸੀਂ ਕੀ ਕਰਦੇ ਹਾਂ? ਅਸੀਂ ਮੰਗਦੇ ਹੀ ਰਹਿੰਦੇ ਹਾਂ। ਕੇਤੇ ਮੰਗੇ ਜੋਧ ਅਪਾਰ। ਕਿਤਨੇ ਯੋਧੇ ਮੰਗਦੇ ਨੇ, ਅਨੇਕਾਂ ਹੀ ਅਪਾਰ ਹਨ, ਉਹ ਮੰਗਦੇ ਹੀ ਜਾਂਦੇ ਹਨ। ਮੇਰੇ ਵਰਗੇ
ਮੰਗਦੇ ਹੀ ਰਹਿੰਦੇ ਹਨ, ਕਿਉਂਕਿ ਮਨ ਮੇਰਾ ਤ੍ਰਿਪਤ ਨਹੀਂ ਹੈ, ਭੁੱਖਾ ਭੁੱਖਾ ਕਰਦਾ ਰਹਿੰਦਾ ਹੈ। ਇਹਦਾ ਮਤਲਬ ਕੀ ਹੈ? ਇਸ ਤੋਂ ਜ਼ਿਆਦਾ ਦੋਸ਼ ਕੀ ਹੋਏਗਾ? ਜਦ ਮੇਰੇ ਮਨ ਵਿੱਚ ਸਾਰੀ ਦੁਨੀਆ ਦੀ ਤ੍ਰਿਪਤਤਾ ਭਰੀ ਹੋਈ ਉਸਨੇ, ਮੇਰੇ ਮਨ ਵਿੱਚ ਸਾਰੇ ਨਿਰੰਕਾਰ ਦੇ ਸੁੱਖਾਂ ਦੇ ਦਰਸ਼ਨ ਉਹਨੇ ਪਾ ਦਿੱਤੇ ਹਨ, ਮੈਂ ਉਸ ਨੂੰ ਛੱਡ ਕੇ ਬਾਹਰ ਮੰਗਦਾ ਹੀ ਰਹਿੰਦਾ ਹਾਂ। ਇਸ ਤੋਂ ਜ਼ਿਆਦਾ ਦੋਸ਼ ਜੀਵਨ ਵਿੱਚ ਕੀ ਹੋ ਸਕਦਾ ਹੈ? ਇਸ ਤੋਂ ਜ਼ਿਆਦਾ ਕਿਰਤਕਣ ਕੌਣ ਹੋ ਸਕਦਾ ਹੈ? ਇਹ ਮੇਰੀ ਗੱਲ ਕਰਦੇ ਆ ਮਹਾਰਾਜ। ਮਹਾਰਾਜ ਕਹਿੰਦੇ ਹੈ ਕੇਤੇ ਗਣਤ ਨਹੀਂ ਵਿਚਾਰ, ਇਹਦੀ ਗਿਣਤੀ ਨਹੀਂ ਹੈ। ਇਹਨਾਂ ਵਿਚਾਰਾਂ ਦੀ ਗਿਣਤੀ ਨਹੀਂ ਹੈ ਕਿ ਕਿਤਨੇ ਲੋਕ ਮੰਗਦੇ ਹੈ, ਸਾਰੇ ਹੀ ਮੰਗਦੇ ਨੇ। ਤਾਂ ਇਹ ਹੁਣ ਇਹਨਾਂ ਚੋਂ ਕਿਸ ਨੂੰ ਪਾਪ ਔਰ ਪੁੰਨ ਕਵਾਂਗੇ? ਅਸਲ ਦੋਸ਼ ਤੇ ਦੁਨੀਆ ਦਾ ਇਹ ਹੈ ਕਿ ਗੁਰੂ ਸਾਹਿਬ ਹਾਜ਼ਰ ਹੋਣ ਔਰ ਅਸੀਂ ਬੇਮੁਖ ਰਹੀਏ। ਇਸ ਤੋਂ ਜ਼ਿਆਦਾ ਦੋਸ਼ ਕੀ ਹੋ ਸਕਦਾ ਹੈ? ਕੇਤੇ ਖਪ ਟੁੱਟ ਹੈ ਵਿਕਾਰ, ਫਿਰ ਇਹਨਾਂ ਦੇ ਵਿਕਾਰਾਂ ਵਿੱਚ ਪੈ ਕੇ ਮੰਗ ਮੰਗ ਕੇ, ਫਿਰ ਉਹਦੇ ਵਿਕਾਰ ਕਰਕੇ, ਫਿਰ ਉਹਦੇ ਵਿੱਚ ਖਪ ਜਾਂਦੇ ਹਨ, ਉਹੀ ਮੱਟੀ ਹੋ ਜਾਂਦੇ ਹਨ। ਉਹ ਨਿਰੰਕਾਰ ਦੀ ਜੋਤ ਨਾ ਜਾਣੀ, ਸਾਹਿਬ ਨੂੰ ਪ੍ਰਤੱਖ ਨਹੀਂ ਜਾਣਿਆ, ਸਾਰਾ ਕੁਛ ਹੀ ਮੱਟੀ ਕਰਕੇ ਰੋਲ ਦਿੱਤਾ, ਮੰਗ ਮੰਗ ਕੇ ਬਾਹਰ ਬਾਹਰ। ਕੇਤੇ ਖਪ ਟੁੱਟ ਹੈ ਵਿਕਾਰ, ਖਪ ਗਏ ਹਨ, ਟੁੱਟ ਗਏ ਹਨ ਵਿਕਾਰਾਂ ਵਿੱਚ। ਕਿਉਂਕਿ ਜਦ ਮੈਂ ਬਾਹਰ ਦਾ ਮੰਗਦਾ ਜਾਵਾਂਗਾ ਤਾਂ ਅੰਤਰ ਮੇਰਾ ਉਤਨਾ ਭਾਰੀ ਹੁੰਦਾ ਜਾਏਗਾ, ਉਤਨੀ ਮੇਰੀ ਦੀਵਾਰ ਕੂੜ ਦੀ ਹੋਰ ਵੱਡੀ ਹੁੰਦੀ ਜਾਏਗੀ। ਕੇਤੇ ਲੈ ਲੈ ਮੁੱਕਰ ਪਾਏ, ਅਸੀਂ ਸਾਰੇ ਇਹੀ ਕਰਦੇ ਹਾਂ, ਉਸ ਤੋਂ ਲੈਂਦੇ ਰਹਿੰਦੇ ਹਾਂ, ਫਿਰ ਮੁੱਕਰਦੇ ਵੀ ਰਹਿੰਦੇ ਹਾਂ ਉਸ ਨੂੰ। ਪਾਤਸ਼ਾਹ ਦਰਵੇਸ਼ ਤੋਂ ਮੁੱਕਰਦੇ ਰਹਿੰਦੇ ਹਾਂ। ਕਾਹਦੀ ਸਿੱਖੀ ਕਮਾਵਾਂਗੇ? ਮੁੱਕਰ ਕੇ ਕਾਹਦੀ ਸਿੱਖੀ ਕਮਾਵਾਂਗੇ? ਮਹਾਰਾਜ ਸਾਹਿਬ ਦੇ ਆਦੇਸ਼ ਅਨੁਸਾਰ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਲੈਂਦੇ ਵੀ ਰਹਿੰਦੇ ਹੈ, ਮੁੱਕਰ ਵੀ ਜਾਂਦੇ ਹਨ। ਕੇਤੇ ਮੂਰਖ ਖਾਹੀ ਖਾਏ, ਫਿਰ ਮੂਰਖ ਵੀ ਹਨ ਜਿਹੜੇ ਖਾਂਦੇ ਹੀ ਰਹਿੰਦੇ ਹਨ। ਉਹਨਾਂ ਨੂੰ ਤ੍ਰਿਪਤ ਨਹੀਂ ਹੋ ਰਿਹਾ ਸਾਡਾ ਮਨ, ਤੇ ਅਸੀਂ ਖਾਂਦੇ ਹਾਂ। ਕੇਤੀਆ ਦੁੱਖ ਭੂਖ ਸਦਮਾਰ, ਫਿਰ ਕਿਤਨੇ ਲੋਕਾਂ ਨੂੰ ਸਦਾ ਹੀ ਦੁੱਖ ਔਰ ਭੂਖ ਮਾਰਦੀ ਹੈ, ਕਿਉਂਕਿ ਮਨ ਵੱਲ ਦਰਸ਼ਨ ਨਹੀਂ ਹਨ, ਬਾਹਰ ਮੁਖੀ ਦਰਸ਼ਨ ਹਨ। ਸਦਾ ਹੀ ਭੁੱਖੇ ਰਹਿੰਦੇ ਹਨ, ਸਦਾ ਹੀ ਦੁਖੀ ਰਹਿੰਦੇ ਹਨ। ਜਿੱਥੇ ਜਾਣਾ ਸੀ ਉੱਥੇ ਗਏ ਨਹੀਂ, ਰਸਤਾ ਭੁੱਲ ਗਿਆ, ਦੁੱਖ ਔਰ ਭੁੱਖ ਵਿੱਚ ਗਵਾਚ ਗਏ। ਹੁਣ ਕੀ ਕਵਾਂਗੇ? ਇਹ ਮੇਰੀ ਕਹਾਣੀ ਹੈ ਮਹਾਰਾਜ। ਇਹ ਵੀ ਦਾਤ ਤੇਰੀ ਦਾਤਾਰ, ਫਿਰ ਵੀ ਉਹ ਇਹਨਾਂ ਤੋਂ ਨਗੇਟ ਨਹੀਂ, ਆਪਣੀ ਪਿੱਠ ਨਹੀਂ ਮੋੜਦਾ ਹੈ। ਇਹਨਾਂ ਜਨਾਂ ਤੋਂ ਅਸੀਂ ਇਹਨਾਂ ਨੂੰ ਮਾੜਾ ਗਿਣਦੇ ਹਾਂ, ਅਸੀਂ ਕਹਿ ਰਹੇ ਹਾਂ ਕਿ ਇਹ ਮਾੜੇ ਨੇ, ਪਰ ਉਹ ਨਹੀਂ ਪਿੱਠ ਮੋੜਦਾ, ਉਹ ਫਿਰ ਵੀ ਦਾਤ ਦਿੰਦਾ ਹੈ। ਉਹ ਫਿਰ ਵੀ ਇਹਨਾਂ ਨੂੰ ਸਾਰਿਆਂ ਨੂੰ, ਸਾਡੇ ਵਰਗਿਆਂ ਨੂੰ ਜਿਨ੍ਹਾਂ ਨੇ ਮੁੱਖ ਮੋੜਿਆ ਹੋਇਆ, ਉਸ ਤੋਂ ਆਪਣਾ ਗਿਣਦੇ ਹੈ। ਇਸ ਤਰ੍ਹਾਂ ਗੁਰੂ ਸਾਹਿਬ ਵੀ ਸਾਨੂੰ ਆਪਣਾ ਗਿਣਦੇ ਹੈ। ਨਾ ਅਸੀਂ ਸਿੱਖੀ ਕਮਾਈ, ਨਾ ਅਸੀਂ ਬਾਣੀ ਜਾਣੀ, ਨਾ ਅਸੀਂ ਸੁਰਤ ਕਮਾਈ, ਪਰ ਗੁਰੂ ਫਿਰ ਵੀ ਸਾਡੇ ਤੋਂ ਪਿਆਰ ਕਰਦੇ ਹਨ। ਇਹ ਵੀ ਦਾਤ ਤੇਰੀ ਦਾਤਾਰ, ਇਹ ਬੇਦਾਤ ਤੇਰੀ ਦਾਤਾਰ। ਇਹ ਤੇਰੀ ਦਾਤ, ਫਿਰ ਵੀ ਤੇਰੀ ਉਹਦੀ ਦਾਤ ਚੱਲਦੀ ਹਨ, ਫਿਰ ਵੀ ਉਹ ਦਾਤਾ ਦਿੰਦਾ ਹੈ। ਇਹ ਸਭ ਇੱਕ ਖੇਡ ਚੱਲਦਾ ਹੈ। ਆਵਲ ਅੱਲਾ ਨੂਰ ਉਪਾਇਆ,
कुदरत के सब बंदे एक नूर ते सब जग उपजिया, कौन भले कौन मंदे। एक नूर तो, एक प्रेम तो, किस नूं माड़ा कहीए किस नूं चंगा कहीए। मन दे विच जजमेंट्स ड्रॉप कर दईए, बाहर कुछ करिए कि ना करिए, मन चों किसी नूं जज ना करिए कदे भी, कदे भी। ਅਸੀਂ नहीं जाणदे कौन कित्थे दा वासी है। दाता सारिਆਂ ਨੂੰ ਨਿਰੰਕਾਰ ਦਿੰਦਾ ਹੈ, ਇਵੇਂ ਅਸੀਂ ਨਿਰੰਕਾਰ ਦੇ ਬੱਚੇ ਅਗਰ ਹਾਂ ਤਾਂ ਸਾਨੂੰ ਵੀ ਸਭ ਨੂੰ ਇੱਕ ਅੱਖ ਨਾਲ ਦੇਖਣਾ ਚਾਹੀਦਾ ਹੈ, ਬਲਕਿ ਦੁਖੀ ਲਈ ਪ੍ਰੇਮ ਜ਼ਿਆਦਾ ਹੋਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੇ ਕੋਈ। ਇਹ ਵਿਚਾਰ ਮੈਂ ਆਪਣੇ ਵੱਲੋਂ ਦੇ ਦਿੱਤੀ। ਜੋ ਇੱਕ ਵਿਚਾਰ ਤੇ ਇਹ बढ़ਦੀ ਹੈ ਕਿ ਉਹਦੇ ਭਾਣੇ ਵਿੱਚ ਜੋ ਉਹਦੀ ਮਰਜ਼ੀ ਹੁੰਦੀ ਹੈ, ਬੰਧਨ ਦੇ ਵਿੱਚ ਤੇ ਅਸੀਂ ਸਾਰੇ ਬੰਨੇ ਹੋਏ ਹਾਂ। ਕਦੇ ਮੈਂ ਬੰਧਨ 'ਚ ਹਾਂ, ਕਦੇ ਮੈਂ, ਪਰ ਇਹਦੇ ਚੋਂ ਖਲਾਸੀ ਕਿਵੇਂ ਹੋਏਗਾ? ਉਹਦੇ ਭਾਣੇ ਵਿੱਚ, ਉਹਦੀ ਮਰਜ਼ੀ ਨਾਲ, ਉਹਦੇ ਨਾਮ ਵਿੱਚ, ਉਹਦੇ ਨਾਮ ਦੇ ਦਰਸ਼ਨਾਂ ਵਿੱਚ, ਉਹਦੇ ਪ੍ਰੇਮ ਵਿੱਚ। ਮੇਰੀ ਖਲਾਸੀ ਤਾਂ ਗੁਰੂ ਨਾਨਕ ਸਾਹਿਬ ਦੇ ਪ੍ਰੇਮ ਵਿੱਚ ਹੈ। ਮਾੜਾ ਚੰਗਾ ਸਾਰਿਆਂ ਦੇ ਵਿੱਚ ਵਸਦਾ ਹੈ, ਪ੍ਰੇਮ ਸਾਰੇ ਪਾਪ ਧੋ ਦਿੰਦਾ ਹੈ। ਤਾਂ ਨਾਮ ਦੇ ਵਿੱਚ ਹਜ਼ੂਰੀ ਪਾ ਕੇ ਅਸੀਂ ਮਨ ਨੂੰ ਨਿਰਮਲ ਕਰਦੇ ਰਹੀਏ। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੇ ਕੋਈ। ਇਹਦੇ ਵਿੱਚ ਹੋਰ ਕਿਸੇ ਦਾ ਕੋਈ, ਕਿਸੇ ਨੂੰ ਅਸੀਂ ਜਾ ਕੇ ਪੈਸਾ ਚੜ੍ਹਾ ਦਈਏ, ਕਿਸੇ ਨੂੰ ਬਾਬਾ ਬਣਾ ਕੇ ਮੱਥਾ ਟੇਕ ਦਈਏ। ਸਾਰੀ ਡੋਰ ਪ੍ਰੇਮ ਦੇ ਹੱਥ 'ਚ ਆ ਮਹਾਰਾਜ। ਪ੍ਰੇਮ ਨੂੰ ਜਾਣ ਲਈਏ ਮਨ ਅੰਦਰ, ਨਿਰੰਕਾਰ ਨੂੰ ਜਾਣ ਲਈਏ ਮਨ ਅੰਦਰ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਲਈਏ। ਇਹ ਮੈਨੂੰ ਸਮਝ ਆਉਂਦਾ ਹੈ। ਜੇ ਕੋ ਖਾਏ ਕੇ ਆਖਣ ਪਾਏ, ਉਹ ਕਹਿੰਦੇ ਨੇ ਕਿ ਸਾਨੂੰ ਪਤਾ ਹੈ, ਅਸੀਂ ਇਹਦੇ ਬਾਰੇ ਦੱਸਦੇ ਹਾਂ, ਉਹ ਜਾਣੇ ਜੇਤੀਆਂ। ਖਾਇਕ ਦਾ ਮਤਲਬ ਮੂਰਖ ਹੈ। ਜੇ ਕੋ ਖਾਇਕ ਆਖਣ ਪਾਏ, ਆਪਣੇ ਆਪ ਉਹ ਕਹਿੰਦੇ ਹਨ ਕਿ ਅਸੀਂ ਜਾਣਦੇ ਹਾਂ, ਉਹ ਮੂੰਹ ਵੀ ਖਾਂਦੇ ਹਨ। ਮਹਾਰਾਜ ਕਹਿੰਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਇਹ ਸਾਰੀ ਦੁਨੀਆ ਦਾ ਰਾਜਾ ਹੈ ਜਿਹਨੂੰ ਸਿਫਤ ਮਿਲ ਗਈ। ਤੁਹਾਨੂੰ ਮਿਲੇਗੀ ਮਹਾਰਾਜ, ਤੁਹਾਨੂੰ ਨਿਰੰਕਾਰ ਦੀ ਸਿਫਤ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਸੀਂ ਕਿਹਨੂੰ ਪਾਤਸ਼ਾਹ ਗਿਣਦੇ ਹਾਂ? ਪੋਲੀਟੀਸ਼ੀਅਨ ਨੂੰ ਗਿਣਦੇ ਹਾਂ, ਜਿਹੜਾ ਪੈਸੇ ਕਮਾ ਲਏ ਉਹਨੂੰ ਗਿਣਦੇ ਹਾਂ, ਜਾਂ ਜਿਹਦੇ ਉਹਦੇ ਪ੍ਰੇਮ ਵਿੱਚ ਰੁੱਝਿਆ ਜਾਏ ਉਹ ਪਾਤਸ਼ਾਹ ਹੋ ਸਕਦਾ ਹੈ। ਕੋਈ ਸਾਨੂੰ ਵੀ ਸਾਹਿਬ ਕੋਈ ਦਰਸ਼ਨ ਦੇਣ, ਕਦੇ ਮਨ ਵਿੱਚ ਸਲਾਹਣ ਦੀ ਵਿਧੀ ਆ ਜਾਏ, ਨਾਮ ਵਿੱਚ ਆਪਣੇ ਆਪ ਨੂੰ ਗਵਾ ਦਈਏ, ਬਖਸ਼ਿਸ਼ ਹੋ ਜਾਏ ਸਿਫਤੀ ਕਰਨ ਦਾ। ਉਹਦੀ ਸਿਫਤ ਵਿੱਚ ਸੁਰਤ ਨੂੰ ਇਕਾਗਰ ਕਰਕੇ ਸ਼ਬਦ ਵਿੱਚ ਆਪਣੇ ਆਪ ਨੂੰ ਲੀਨ ਕਰਨ ਦੀ ਵਿਧੀ ਮਿਲ ਜਾਏ, ਕਿਰਪਾ ਮਿਲ ਜਾਏ। ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਸ ਨੂੰ ਬਖਸ਼ੇ ਸਿਫਤ ਸਲਾਹ। ਜਿਸ ਨੂੰ ਵੀ ਸਿਫਤ ਸਲਾਹ ਬਖਸ਼ਦੇ ਹੋ। ਅਸੀਂ ਇਸ ਦੀ ਅਰਦਾਸ ਰੱਖੀਏ। ਜਿਸ ਵੀ ਦੁੱਖ ਵਿੱਚ ਜੀ ਰਹੇ ਹਾਂ, ਜਿਨ੍ਹਾਂ ਵੀ ਪਰੇਸ਼ਾਨੀਆਂ ਵਿੱਚ ਹਾਂ, ਜਿਨ੍ਹਾਂ ਵੀ ਕਨਫਿਊਜ਼ਨ ਵਿੱਚ ਹਾਂ, ਅਰਦਾਸ ਨਹੀਂ ਛੱਡਣੀ ਹੈ ਕਦੇ ਵੀ। ਦੇਖੋ ਮਹਾਰਾਜ, ਹੀਰਾ ਜਿਹੜਾ ਹੈ ਉਹ ਔਖੜ ਦੇ ਵਿੱਚ ਹੀ ਘੜਿਆ ਜਾਂਦਾ ਹੈ, ਮਨ ਨੂੰ ਇਹਨਾਂ ਦੁੱਖਾਂ ਤੋਂ ਨਿਰਮਲ ਕਰ ਦਿੰਦਾ ਹੈ। ਤਾਂ ਇਸ ਕਰਕੇ ਅਸੀਂ ਇਹ ਭਰੋਸਾ ਰੱਖੀਏ ਕਿ ਸਾਹਿਬ ਸਾਨੂੰ ਆਪਣਾ ਬੁਲਾ ਲੈਣਗੇ।
ਅਰਦਾਸ ਨਿਤ ਰੱਖੀਏ ਮਨ ਵਿੱਚ। ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ, ਕਿ ਮਹਾਰਾਜ ਸਾਡੀ ਬਾਂਹ ਫੜੋ, ਸਾਨੂੰ ਰਾਹ ਬਖਸ਼ੋ, ਸਾਨੂੰ ਨਾਮ ਔਰ ਪ੍ਰੇਮ ਦਾ ਰਸਤਾ ਬਖਸ਼ੋ ਮਹਾਰਾਜ। ਭੁੱਲਾਂ ਚੁੱਕਾਂ ਦੀ क्षमा ਦੇਣਾ ਜੀ। ਅੱਜ ਮੈਂ ਕੁਛ ਹੋਰ ਤਰਫ ਨਿਕਲ ਗਿਆ, ਆਨੰਦਪੁਰ ਪਹੁੰਚ ਗਿਆ, ਉਹਦੀ ਮਾफ़ी ਦੇਣਾ। ਅੱਜ ਦੀ ਜੋ ਸ਼ਬਦ ਵਿਚਾਰ ਹੈ ਪ੍ਰਵਾਨ ਕਰਨੀ ਮਹਾਰਾਜ। ਕਿਸੇ ਦਾ ਕੋਈ ਹੋਰ ਕੁਝ ਕਹਿਣਾ ਚਾਹਣ, ਕੁਝ ਪੁੱਛਣਾ ਚਾਹਣ, ਕੁਝ ਦੱਸਣਾ ਚਾਹਣ, ਜੀ ਆਇਆਂ ਨੂੰ।